ਡੇਵਿਡ ਜੇ ਸ਼ੁਆਰਜ਼ ਦਾ ਅਗਲਾ ਲੇਖ ਹੈ, ਜਿਹੋ ਜਿਹਾ ਸੋਚੋਗੇ ਉਹੋ ਜਿਹੇ ਬਣੋਗੇ। ਜ਼ਿਆਦਾਤਰ ਲੋਕਾਂ ਦਾ ਵਿਹਾਰ ਉਲਝਣ ਭਰਿਆ ਹੁੰਦਾ ਹੈ। ਕਿ ਤੁਸੀਂ ਕਦੇ ਸੋਚਿਆ ਕਿ ਕੋਈ ਸੇਲਜ਼ਮੈਨ ਇੱਕ ਗਾਹਕ ਨੂੰ ਇੱਜ਼ਤ ਕਿਉਂ ਦਿੰਦਾ ਹੈ ਜਦ ਕਿ ਉਹ ਦੂਜੇ ਗਾਹਕ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ? ਕੋਈ ਬੰਦਾ ਇੱਕ ਔਰਤ ਵਾਸਤੇ ਦਰਵਾਜ਼ਾ ਕਿਉਂ ਖੋਲ੍ਹਦਾ ਹੈ ਜਦ ਕਿ ਦੂਜੀ ਔਰਤ ਲਈ ਨਹੀਂ ਖੋਲ੍ਹਦਾ? ਕੋਈ ਵਰਕਰ ਸੁਪੀਰੀਅਰ ਦੇ ਆਦੇਸ਼ਾਂ ਦਾ ਫਟਾਫਟ ਪਾਲਣ ਕਿਉਂ ਕਰਦਾ ਹੈ ਜਦ ਕਿ ਦੂਜੇ ਸੁਪੀਰੀਅਰ ਦੇ ਆਦੇਸ਼ਾਂ ਦਾ ਪਾਲਣ ਮਨ ਮਾਰ ਕੇ ਕਰਦਾ ਹੈ? ਜਾਂ ਅਸੀਂ ਕਿਸੇ ਬੰਦੇ ਦੀ ਗੱਲ ਧਿਆਨ ਨਾਲ ਕਿਉਂ ਸੁਣਦੇ ਹਾਂ ਜਦ ਕਿ ਦੂਜੇ ਬੰਦੇ ਦੀ ਗੱਲ ਅਣਸੁਣੀ ਕਰ ਦਿੰਦੇ ਹਾਂ? ਆਪਣੇ ਚਾਰੋਂ ਪਾਸੇ ਦੇਖੋ, ਤੁਸੀਂ ਦੇਖੋਗੇ ਕਈ ਲੋਕਾਂ ਨੂੰ ਹੇ ਮੈਕ ਜਾਂ ਹੋਰ ਯਾਰ ਕਹਿ ਕੇ ਬੁਲਾਇਆ ਜਾਂਦਾ ਹੈ ਜਦ ਕਿ ਕਈ ਲੋਕਾਂ ਨੂੰ ਮਹੱਤਵਪੂਰਨ ਯੈਸ ਸਰ ਕਿਹਾ ਜਾਂਦਾ ਹੈ। ਦੇਖੋ, ਤੁਸੀਂ ਪਾਓਗੇ ਕਿ ਕੁਝ ਲੋਕਾਂ ਨੂੰ ਅਹਿਮੀਅਤ, ਵਫਾਦਾਰੀ ਤੇ ਤਾਰੀਫ ਮਿਲਦੀ ਹੈ ਜਦ ਕਿ ਬਾਕੀ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ। ਨੇੜਿਓਂ ਦੇਖਣ ਤੇ ਤੁਸੀਂ ਪਾਓਗੇ ਕਿ ਜਿਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਨਮਾਨ ਮਿਲਦਾ ਉਹ ਸਭ ਤੋਂ ਜ਼ਿਆਦਾ ਸਫਲ ਵੀ ਹੁੰਦੇ ਹਨ। ਇਹਦਾ ਕਾਰਨ ਇੱਕ ਸ਼ਬਦ ਵਿੱਚ ਇਹਦਾ ਜਵਾਬ ਦਿੱਤਾ ਜਾਏ ਤਾਂ ਇਹਦਾ ਕਾਰਨ ਹੈ ਸੋਚ। ਸੋਚ ਦੇ ਕਾਰਨ ਹੀ ਇਸ ਤਰ੍ਹਾਂ ਹੁੰਦਾ ਹੈ। ਦੂਜੇ ਲੋਕ ਸਾਡੇ 'ਚ ਉਹੀ ਦੇਖਦੇ ਆ ਜਿਹੜਾ ਅਸੀਂ ਆਪਣੇ ਆਪ ਵਿੱਚ ਵੇਖਦੇ ਹਾਂ। ਸਾਨੂੰ ਉਸੇ ਤਰ੍ਹਾਂ ਦਾ ਵਿਵਹਾਰ ਮਿਲਦਾ ਹੈ ਜਿਸ ਦੇ ਲਾਇਕ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ। ਸੋਚ ਦੇ ਕਾਰਨ ਹੀ ਸਾਰਾ ਫਰਕ ਪੈਂਦਾ ਹੈ। ਉਹ ਬੰਦਾ ਜਿਹੜਾ ਆਪਣੇ ਆਪ ਨੂੰ ਹੀਨ ਸਮਝਦਾ ਹੈ, ਚਾਹੇ ਉਸ ਕੋਲ ਕਿੰਨੀਆਂ ਹੀ ਯੋਗਤਾਵਾਂ ਕਿਉਂ ਨਾ ਹੋਣ, ਉਹ ਘਟੀਆ ਬਣਿਆ ਰਹੇਗਾ। ਤੁਸੀਂ ਜਿਹੋ ਜਿਹਾ ਸੋਚਦੇ ਹੋ ਉਹੋ ਜਿਹਾ ਹੀ ਕੰਮ ਕਰਦੇ ਹੋ। ਜੇ ਕੋਈ ਬੰਦਾ ਆਪਣੇ ਆਪ ਨੂੰ ਛੋਟਾ ਸਮਝਦਾ ਹੈ ਤਾਂ ਉਸੇ ਢੰਗ ਨਾਲ ਕੰਮ ਕਰੇਗਾ, ਚਾਹੇ ਉਹ ਆਪਣੀ ਹੀਨਤਾ ਨੂੰ ਛੁਪਾਉਣ ਦਾ ਕਿੰਨਾ ਵੀ ਯਤਨ ਕਿਉਂ ਨਾ ਕਰੇ। ਇਹ ਬੁਨਿਆਦੀ ਭਾਵਨਾ ਲੰਮੇ ਸਮੇਂ ਤੱਕ ਛੁਪੀ ਨਹੀਂ ਰਹਿ ਸਕਦੀ। ਜਿਹੜਾ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਉਹ ਮਹੱਤਵਪੂਰਨ ਨਹੀਂ ਹੈ, ਉਹ ਅਸਲ 'ਚ ਮਹੱਤਵਪੂਰਨ ਨਹੀਂ ਹੁੰਦਾ। ਦੂਜੇ ਪਾਸੇ ਜਿਹੜਾ ਬੰਦਾ ਇਹ ਸਮਝਦਾ ਹੈ ਕਿ ਉਹ ਕੋਈ ਕੰਮ ਕਰ ਸਕਦਾ, ਉਹ ਅਸਲ 'ਚ ਉਸ ਕੰਮ ਨੂੰ ਕਰ ਲਏਗਾ। ਮਹੱਤਵਪੂਰਨ ਬਣਨ ਲਈ ਇਹ ਸੋਚਣਾ ਲਾਜ਼ਮੀ ਹੈ ਕਿ ਅਸੀਂ ਮਹੱਤਵਪੂਰਨ ਹਾਂ। ਸੱਚਮੁੱਚ ਇਸ ਤਰ੍ਹਾਂ ਸੋਚੋ ਤਦ ਹੀ ਦੂਜੇ ਲੋਕ ਵੀ ਸਾਡੇ ਬਾਰੇ ਇਸ ਤਰ੍ਹਾਂ ਸੋਚਣਗੇ। ਇੱਥੇ ਮੈਂ ਇੱਕ ਵਾਰ ਫਿਰ ਤਰਕ ਦੇਣਾ ਚਾਹੁੰਦਾ। ਤੁਸੀਂ ਕੀ ਸੋਚਦੇ ਹੋ ਇਸ ਨਾਲ ਤੈਅ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਹੋ। ਤੁਸੀਂ ਕੀ ਕਰਦੇ ਹੋ ਇਸ ਨਾਲ ਤੈਅ ਹੁੰਦਾ ਹੈ ਦੂਜੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਨ। ਸਫਲਤਾ ਦੇ ਤੁਹਾਡੇ ਨਿੱਜੀ ਪ੍ਰੋਗਰਾਮ ਦੇ ਦੂਜੇ ਪਹਿਲੂਆਂ ਦੀ ਤਰ੍ਹਾਂ ਹੀ ਸਨਮਾਨ ਪਾਉਣਾ ਬੁਨਿਆਦੀ ਰੂਪ ਤੋਂ ਬੜਾ ਸੌਖਾ ਹੈ। ਦੂਜੇ ਲੋਕਾਂ ਦਾ ਸਨਮਾਨ ਪਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਸੋਚਣਾ ਹੋਵੇਗਾ ਕਿ ਤੁਸੀਂ ਉਸ ਸਨਮਾਨ ਦੇ ਕਾਬਿਲ ਹੋ ਤੇ ਤੁਸੀਂ ਆਪਣੇ ਆਪ ਨੂੰ ਜਿੰਨੇ ਸਨਮਾਨ ਦੇ ਲਾਇਕ ਸਮਝੋਗੇ ਦੂਜੇ ਲੋਕ ਤੁਹਾਨੂੰ ਉਨਾ ਹੀ ਸਨਮਾਨ ਦੇਣਗੇ। ਇਸ ਸਿਧਾਂਤ ਨੂੰ ਅਜ਼ਮਾ ਕੇ ਦੇਖ ਲਓ। ਕੀ ਤੁਹਾਡੇ ਦਿਲ 'ਚ ਕਿਸੇ ਗਰੀਬ ਜਾਂ ਅਸਫਲ ਬੰਦੇ ਲਈ ਸਨਮਾਨ ਹੁੰਦਾ ਹੈ? ਬਿਲਕੁਲ ਨਹੀਂ। ਕਿਉਂ? ਕਿਉਂਕਿ ਉਹ ਗਰੀਬ ਤੇ ਅਸਫਲ ਬੰਦਾ ਆਪਣੇ ਆਪ ਦਾ ਸਨਮਾਨ ਨਹੀਂ ਕਰਦਾ। ਉਹ ਸਵੈ-ਮਾਨ ਦੀ ਘਾਟ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ। ਸਵੈ-ਮਾਨ ਸਾਡੇ ਹਰ ਕੰਮ 'ਚ ਸਾਫ਼ ਝਲਕਦਾ ਹੈ। ਇਸ ਲਈ ਸਾਨੂੰ ਇਸ ਵੱਲ ਧਿਆਨ ਦੇਣਾ ਹੋਏਗਾ ਕਿ ਅਸੀਂ ਕਿਸ ਤਰ੍ਹਾਂ ਆਪਣਾ ਆਤਮ ਸਨਮਾਨ ਵਧਾ ਸਕਦੇ ਹਾਂ, ਦੂਜਿਆਂ ਤੋਂ ਸਨਮਾਨ ਹਾਸਲ ਕਰ ਸਕਦੇ ਹਾਂ। ਮਹੱਤਵਪੂਰਨ ਦਿਖੋ। ਇਸ ਨਾਲ ਆਪਣੇ ਆਪ ਨੂੰ ਮਹੱਤਵਪੂਰਨ ਸਮਝਣ 'ਚ ਸਹਾਇਤਾ ਮਿਲਦੀ ਹੈ। ਨਿਯਮ ਯਾਦ ਰੱਖੋ ਕਿ ਤੁਹਾਡਾ ਵਿਅਕਤਿਤਵ ਬੋਲਦਾ ਹੈ। ਤੁਸੀਂ ਕਿਸ ਤਰ੍ਹਾਂ ਦਿਖਦੇ ਹੋ, ਇਸ ਨਾਲ ਤੁਹਾਡੀ ਇਮੇਜ ਬਣਦੀ ਹੈ। ਪੱਕਾ ਕਰ ਲਓ ਕਿ ਤੁਹਾਡੇ ਬਾਹਰੀ ਵਿਅਕਤਿਤਵ ਤੋਂ ਤੁਹਾਡੇ ਬਾਰੇ ਸਕਾਰਾਤਮਕ ਛਵੀ ਹੀ ਬਣੇ। ਘਰੋਂ ਨਿਕਲਣ ਵੇਲੇ ਪੱਕਾ ਕਰ ਲਓ ਕਿ ਤੁਸੀਂ ਉਸੇ ਤਰ੍ਹਾਂ ਹੀ ਦਿਖ ਰਹੇ ਹੋ ਜਿਹੋ ਜਿਹੇ ਤੁਸੀਂ ਦਿਖਣਾ ਚਾਹੁੰਦੇ ਹੋ। ਇੱਕ ਬਹੁਤ ਹੀ ਵਧੀਆ ਵਿਗਿਆਪਨ ਛਪਿਆ ਸੀ, ਸਹੀ ਕੱਪੜੇ ਪਾਓ। ਇਹਦੇ ਬਿਨਾਂ ਕੰਮ ਨਹੀਂ ਚੱਲੇਗਾ। ਇਹ ਵਿਗਿਆਪਨ ਅਮਰੀਕਨ ਇੰਸਟੀਚਿਊਟ ਆਫ ਮੈਨਸ ਐਂਡ ਬॉयਜ਼ ਵੇਅਰ ਨੇ ਸਪਾਂਸਰ ਕੀਤਾ ਸੀ। ਇਸ ਵਿਗਿਆਪਨ ਨੂੰ ਹਰ ਆਫਿਸ, ਰੈਸਟਰੂਮ, ਬੈਡਰੂਮ, ਸਕੂਲ ਰੂਮ 'ਚ ਲਾ ਕੇ ਰੱਖਣਾ ਚਾਹੀਦਾ ਹੈ। ਇੱਕ ਹੋਰ ਵਿਗਿਆਪਨ 'ਚ ਇੱਕ ਪੁਲਿਸ ਵਾਲਾ ਬੋਲਦਾ ਹੈ, ਤੁਸੀਂ ਕਿਸੇ ਬੱਚੇ ਦੇ ਹਾਵ ਭਾਵ ਨਾਲ ਸਮਝ ਲੈਂਦੇ ਹੋ ਕਿ ਬੱਚਾ ਬਦਮਾਸ਼ ਹੈ। ਇਹ ਠੀਕ ਨਹੀਂ ਹੈ, ਪਰ ਇਸ ਤਰ੍ਹਾਂ ਹੀ ਹੁੰਦਾ ਹੈ। ਲੋਕ ਕਿਸੇ ਬੱਚੇ ਨੂੰ ਉਹਦੇ ਕੱਪੜਿਆਂ ਤੋਂ ਪਹਿਚਾਣ ਲੈਂਦੇ ਆ। ਇੱਕ ਵਾਰ ਤੁਸੀਂ ਕਿਸੇ ਬੱਚੇ ਬਾਰੇ ਜਿਹੜੀ ਰਾਏ ਬਣਾ ਲੈਂਦੇ ਹੋ, ਫਿਰ ਉਸ ਰਾਏ ਨੂੰ ਬਦਲਣਾ ਬੜਾ ਹੀ ਔਖਾ ਹੁੰਦਾ ਹੈ। ਆਪਣੇ ਬੱਚੇ ਨੂੰ ਦੇਖੋ, ਉਹਨੂੰ ਉਹਦੀ ਟੀਚਰ ਦੀ ਨਜ਼ਰ ਨਾਲ ਦੇਖੋ, ਤੁਹਾਡੇ ਗੁਆਂਢੀ ਦੀ ਨਜ਼ਰ ਨਾਲ ਦੇਖੋ। ਉਹਦਾ ਜਿਹੜਾ ਹੁਲੀਆ ਹੈ, ਉਹ ਜਿਹੜੇ ਕੱਪੜੇ ਪਾਉਂਦਾ ਹੈ, ਕੀ ਉਸ ਨਾਲ ਉਹਦੀ ਗਲਤ ਇਮੇਜ ਬਣ ਰਹੀ ਹੈ? ਕੀ ਤੁਹਾਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਸਹੀ ਦਿਖਦਾ ਹੈ, ਸਹੀ ਕੱਪੜੇ ਪਾਉਂਦਾ ਹੈ ਤੇ ਹਰ ਥਾਂ ਸਹੀ ਵਿਵਹਾਰ ਕਰਦਾ ਹੈ? ਇਹ ਵਿਗਿਆਪਨ ਬੱਚਿਆਂ ਬਾਰੇ ਸੀ, ਪਰ ਇਹਨੂੰ ਵੱਡਿਆਂ ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਸ਼ਬਦਾਂ 'ਚ ਥੋੜ੍ਹਾ ਜਿਹਾ ਹੇਰ-ਫੇਰ ਕਰ ਲਓ। ਗੁਆਂਢੀ ਦੀ ਥਾਂ ਸਹਿਯੋਗੀ ਕਰ ਲਓ, ਟੀਚਰ ਦੀ ਥਾਂ ਸੁਪੀਰੀਅਰ ਕਰ ਲਓ, ਉਹਦੀ ਥਾਂ ਆਪਣੇ ਆਪ ਨੂੰ ਕਰ ਲਓ। ਹੁਣ ਇਹ ਵਾਕ ਕਿਸ ਤਰ੍ਹਾਂ ਦਾ ਹੋ ਜਾਏਗਾ? ਆਪਣੇ ਆਪ ਨੂੰ ਆਪਣੇ ਸੁਪੀਰੀਅਰ ਦੀ ਨਜ਼ਰਾਂ ਤੋਂ ਵੇਖੋ, ਆਪਣੇ ਸਹਿਯੋਗੀਆਂ ਦੀ ਨਜ਼ਰ ਤੋਂ ਦੇਖੋ। ਸਾਫ਼ ਸੁਥਰਾ ਦਿਖਣ 'ਚ ਬਹੁਤ ਘੱਟ ਖਰਚਾ ਹੁੰਦਾ ਹੈ। ਇਸ ਸਲੋਗਨ ਨੂੰ ਅੱਖਰ ਅੱਖਰ ਲਓ, ਇਹ ਤੋਂ ਸਿੱਖ ਲਓ। ਸਹੀ ਕੱਪੜੇ ਪਾਓ, ਇਹ ਤੋਂ ਹਮੇਸ਼ਾ ਫਾਇਦਾ ਹੁੰਦਾ ਹੈ।
ਯਾਦ ਰੱਖੋ, ਮਹੱਤਵਪੂਰਨ ਦਿਖੋ, ਕਿਉਂਕਿ ਇਸ ਤੋਂ ਮਹੱਤਵਪੂਰਨ ਸੋਚਣ 'ਚ ਸਹਾਇਤਾ ਮਿਲਦੀ ਹੈ। ਕੱਪੜਿਆਂ ਦਾ ਇਸਤੇਮਾਲ ਆਤਮ ਵਿਸ਼ਵਾਸ ਵਧਾਉਣ ਦੇ ਸਾਧਨ ਦੇ ਰੂਪ 'ਚ ਕਰੋ। ਸਾਡੇ ਮਨੋਵਿਗਿਆਨ ਦੇ ਪ੍ਰੋਫੈਸਰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਸਾਨੂੰ ਸਲਾਹ ਦਿਆ ਕਰਦੇ ਸੀ, ਇਸ ਮਹੱਤਵਪੂਰਨ ਪ੍ਰੀਖਿਆ ਲਈ ਚੰਗੇ ਕੱਪੜੇ ਪਾਉਣਾ, ਨਵੀਂ ਟਾਈ ਲਾ ਕੇ ਆਉਣਾ, ਆਪਣੇ ਸੂਟ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ, ਆਪਣੇ ਬੂਟਾਂ ਨੂੰ ਚਮਕਾ ਲੈਣਾ, ਚੰਗੇ ਦਿਖਣਾ, ਕਿਉਂਕਿ ਤੁਸੀਂ ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ ਕਰਨਾ ਹੈ। ਪ੍ਰੋਫੈਸਰ ਦਾ ਮਨੋਵਿਗਿਆਨ ਬਿਲਕੁਲ ਸਹੀ ਹੈ। ਇਸ ਬਾਰੇ ਕੋਈ ਗਲਤਫਹਿਮੀ ਨਾ ਪਾਲਣਾ। ਤੁਹਾਡੇ ਬਾਹਰੀ ਰੂਪ, ਰੰਗ ਜਾਂ ਹੁਲੀਏ ਤੋਂ ਤੁਹਾਡੇ ਦਿਮਾਗੀ ਹੁਲੀਏ ਦਾ ਬੜਾ ਅਸਰ ਪੈਂਦਾ ਹੈ। ਤੁਸੀਂ ਬਾਹਰੋਂ ਕਿਸ ਤਰ੍ਹਾਂ ਦਿਖਦੇ ਹੋ, ਇਸ ਗੱਲ ਨੂੰ ਪ੍ਰਭਾਵਿਤ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਜਾਂ ਤੁਸੀਂ ਅੰਦਰੋਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਸਾਰੇ ਬੱਚੇ ਹੈਟ ਸਟੇਜ ਤੋਂ ਗੁਜ਼ਰਦੇ ਹਨ। ਇਹਦਾ ਮਤਲਬ ਇਹ ਹੈ ਕਿ ਉਹ ਜਿਸ ਪਾਤਰ ਦੀ ਐਕਟਿੰਗ ਕਰਨਾ ਚਾਹੁੰਦੇ ਆ ਉਹਦਾ ਹੈਟ ਪਹਿਨ ਕੇ ਉਹਦੀ ਨਕਲ ਕਰਦੇ ਆ। ਮੈਨੂੰ ਆਪਣੇ ਪੁੱਤਰ ਡੇਵੀ ਦੇ ਨਾਲ ਹੋਈ ਹੈਟ ਦੀ ਘਟਨਾ ਹਮੇਸ਼ਾ ਯਾਦ ਰਹੇਗੀ। ਇੱਕ ਦਿਨ ਉਹ ਅੜ ਗਿਆ ਕਿ ਉਹਨੇ ਲੋਨ ਰੇਂਜਰ ਹੀ ਬਣਨਾ ਹੈ, ਪਰ ਉਹਦੇ ਕੋਲ ਲੋਨ ਰੇਂਜਰ ਦਾ ਹੈਟ ਨਹੀਂ ਸੀ। ਮੈਂ ਉਹਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਦੂਜਾ ਹੈਟ ਪਾ ਕੇ ਲੋਨ ਰੇਂਜਰ ਬਣ ਜਾਏ, ਪਰ ਉਹਨੇ ਜ਼ਿੱਦ ਕੀਤੀ, ਪਰ ਡੈਡ ਮੈਂ ਬਿਨਾਂ ਲੋਨ ਰੇਂਜਰ ਦੇ ਹੈਟ ਪਾਏ ਲੋਨ ਰੇਂਜਰ ਵਾਂਗ ਨਹੀਂ ਸੋਚ ਪਾਵਾਂਗਾ। ਮੈਂ ਆਖਰਕਾਰ ਹਾਰ ਮੰਨ ਲਈ, ਉਹਨੂੰ ਉਹਦਾ ਮਨਪਸੰਦ ਹੈਟ ਖਰੀਦ ਕੇ ਦਿੱਤਾ। ਹੈਟ ਪਹਿਨਣ ਤੋਂ ਬਾਅਦ ਉਹ ਸੱਚਮੁੱਚ ਲੋਨ ਰੇਂਜਰ ਬਣ ਗਿਆ। ਮੈਂ ਇਸ ਘਟਨਾ ਨੂੰ ਆਮ ਕਰਕੇ ਯਾਦ ਕਰ ਲੈਣਾ, ਕਿਉਂਕਿ ਇਸ ਤੋਂ ਪਤਾ ਚੱਲਦਾ ਹੈ ਕਿ ਸਾਡੇ ਬਾਹਰੀ ਵਿਅਕਤੀਤਵ ਦਾ ਸਾਡੀ ਸੋਚ ਤੇ ਕੀ ਪ੍ਰਭਾਵ ਹੁੰਦਾ ਹੈ। ਜਿਹਨੇ ਵੀ ਫੌਜ 'ਚ ਨੌਕਰੀ ਕੀਤੀ ਹੈ ਉਹ ਜਾਣਦਾ ਹੈ, ਜਦੋਂ ਕੋਈ ਬੰਦਾ ਸਿਪਾਹੀ ਦੀ ਵਰਦੀ 'ਚ ਹੁੰਦਾ ਹੈ ਤਾਂ ਹੀ ਉਹ ਸਿਪਾਹੀ ਵਾਂਗ ਮਹਿਸੂਸ ਕਰ ਪਾਉਂਦਾ ਹੈ, ਤਾਂ ਹੀ ਉਹ ਸਿਪਾਹੀ ਵਾਂਗ ਸੋਚ ਪਾਉਂਦਾ ਹੈ। ਜਦੋਂ ਕੋਈ ਔਰਤ ਪਾਰਟੀ ਦੀ ਡਰੈਸ ਪਾ ਲੈਂਦੀ ਹੈ ਤਾਂ ਹੀ ਉਹ ਪਾਰਟੀ 'ਚ ਜਾਣ ਦੀ ਚਾਹ ਰੱਖਦੀ ਹੈ। ਇਸੇ ਤਰ੍ਹਾਂ ਜੇਕਰ ਕੋਈ ਐਗਜ਼ੀਕਿਊਟਿਵ ਵਾਲੇ ਕੱਪੜੇ ਪਾ ਲਏ ਤਾਂ ਹੀ ਉਹ ਐਗਜ਼ੀਕਿਊਟਿਵ ਦੀ ਤਰ੍ਹਾਂ ਦਿਖਦਾ ਹੈ, ਉਹਦੀ ਤਰ੍ਹਾਂ ਸੋਚਣ ਲੱਗਦਾ। ਇੱਕ ਸੇਲਸਮੈਨ ਨੇ ਮੈਨੂੰ ਇਹ ਗੱਲ ਇਸ ਤਰ੍ਹਾਂ ਸਮਝਾਈ, ਮੈਂ ਤਦੋਂ ਤਾਈਂ ਆਪਣੇ ਆਪ ਨੂੰ ਖੁਸ਼ਹਾਲ ਅਨੁਭਵ ਨਹੀਂ ਕਰ ਸਕਦਾ, ਮੈਨੂੰ ਇਹ ਅਨੁਭਵ ਕਰਨਾ ਹੀ ਹੁੰਦਾ ਹੈ, ਕਿਉਂਕਿ ਇਹਦੇ ਬਗੈਰ ਮੈਂ ਵੱਡੀ ਸੇਲ ਨਹੀਂ ਕਰ ਸਕਦਾ, ਜਦੋਂ ਤਾਈਂ ਮੈਨੂੰ ਇਹ ਵਿਸ਼ਵਾਸ ਨਾ ਹੋਏ ਕਿ ਮੈਂ ਉਸੇ ਵਾਂਗ ਦਿਖਦਾ। ਤੁਹਾਡਾ ਪਹਿਰਾਵਾ ਤੁਹਾਨੂੰ ਕੁਝ ਕਹਿੰਦਾ ਹੈ, ਪਰ ਇਹ ਦੂਜਿਆਂ ਨੂੰ ਵੀ ਕੁਝ ਕਹਿੰਦਾ ਹੈ। ਇਸੇ ਆਧਾਰ ਤੇ ਤੈਅ ਹੁੰਦਾ ਹੈ ਕਿ ਦੂਜੇ ਲੋਕ ਤੁਹਾਡੇ ਬਾਰੇ ਕੀ ਸੋਚਦੇ ਆ। ਅਸਲ 'ਚ ਸੁਣਨਾ ਚੰਗਾ ਲੱਗਦਾ ਹੈ ਕਿ ਲੋਕਾਂ ਨੂੰ ਬੰਦੇ ਦੀ ਬੁੱਧੀ ਦੇਖਣੀ ਚਾਹੀਦੀ ਹੈ, ਕੱਪੜੇ ਨਹੀਂ। ਪਰ ਇਸ ਤੋਂ ਧੋਖਾ ਨਾ ਖਾਓ, ਲੋਕ ਤੁਹਾਡੇ ਬਾਹਰੀ ਵਿਅਕਤੀਤਵ ਦੇ ਹਿਸਾਬ ਨਾਲ ਤੁਹਾਡਾ ਮੁਲਾਂਕਣ ਕਰਦੇ ਆ। ਤੁਹਾਡਾ ਬਾਹਰੀ ਵਿਅਕਤੀਤਵ ਹੀ ਲੋਕਾਂ ਦੇ ਮੁਲਾਂਕਣ ਦਾ ਪਹਿਲਾ ਆਧਾਰ ਹੁੰਦਾ ਹੈ ਤੇ ਪਹਿਲੀ ਛਾਪ ਹੀ ਹਮੇਸ਼ਾ ਲਈ ਪੈ ਜਾਂਦੀ ਹੈ, ਚਾਹੇ ਬਾਅਦ ਵਿੱਚ ਕੁਝ ਵੀ ਹੋਵੇ। ਇੱਕ ਦਿਨ ਸੁਪਰਮਾਰਕੀਟ 'ਚ ਮੈਂ ਇੱਕ ਟੇਬਲ ਤੇ ਅੰਗੂਰ ਪਏ ਵੇਖੇ, ਜਿਨ੍ਹਾਂ ਦੀ ਕੀਮਤ ਲਿਖੀ ਹੋਈ ਸੀ 1 ਪੌਂਡ 15 ਸੈਂਟ। ਦੂਜੀ ਟੇਬਲ ਤੇ ਬਿਲਕੁਲ ਉਸੇ ਤਰ੍ਹਾਂ ਦੇ ਅੰਗੂਰ ਰੱਖੇ ਸੀ, ਪਰ ਉਹਨਾਂ ਨੂੰ ਪੋਲੀਥੀਨ ਦੇ ਬੈਗ 'ਚ ਪੈਕ ਕੀਤਾ ਸੀ। ਉਹਦੀ ਕੀਮਤ ਲਿਖੀ ਸੀ 2 ਪੌਂਡ 35 ਸੈਂਟ। ਮੈਂ ਤੋਲਣ ਵਾਲੇ ਨੌਜਵਾਨ ਨੂੰ ਪੁੱਛਿਆ, ਇਹਨਾਂ ਦੋਵੇਂ ਪ੍ਰਕਾਰ ਦੇ ਅੰਗੂਰਾਂ 'ਚ ਕੀ ਫਰਕ ਹੈ? ਦੋਨਾਂ 'ਚ ਫਰਕ ਹੈ, ਉਹਨੇ ਜਵਾਬ ਦਿੱਤਾ, ਪੋਲੀਥੀਨ ਦੇ ਕਵਰ ਦਾ। ਪੋਲੀਪੈਕ ਅੰਗੂਰ ਆਮ ਅੰਗੂਰਾਂ ਨਾਲੋਂ 2 ਗੁਣਾ ਜ਼ਿਆਦਾ ਵਿਕਦੇ ਹਨ, ਕਿਉਂਕਿ ਉਹ ਜ਼ਿਆਦਾ ਆਕਰਸ਼ਕ ਦਿਖਦੇ ਹਨ। ਅਗਲੀ ਵਾਰੀ ਜਦੋਂ ਤੁਸੀਂ ਆਪਣੇ ਆਪ ਨੂੰ ਵੇਚਣ ਜਾਓ ਤਾਂ ਅੰਗੂਰਾਂ ਦੀ ਉਦਾਹਰਨ ਨੂੰ ਧਿਆਨ 'ਚ ਰੱਖਣਾ। ਚੰਗੀ ਪੈਕਿੰਗ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਚੰਗੀ ਤਰ੍ਹਾਂ ਵੇਚ ਪਾਓਗੇ ਤੇ ਜ਼ਿਆਦਾ ਕੀਮਤ ਤੇ ਵੀ। ਇਹ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਤੁਹਾਡੀ ਪੈਕਿੰਗ ਜਿੰਨੀ ਚੰਗੀ ਹੋਏਗੀ ਤੁਹਾਨੂੰ ਲੋਕ ਵੀ ਓਨਾ ਹੀ ਪਸੰਦ ਕਰਨਗੇ। ਕੱਲ ਤੁਸੀਂ ਉਹਨਾਂ ਲੋਕਾਂ ਨੂੰ ਦੇਖੋਗੇ ਜਿਨ੍ਹਾਂ ਨੂੰ ਰੈਸਟੋਰੈਂਟ, ਬੱਸਾਂ, ਭੀੜ ਭਰੀਆਂ ਲਾਬੀਆਂ, ਸਟੋਰਾਂ ਤੇ ਆਫਿਸ 'ਚ ਸਭ ਤੋਂ ਜ਼ਿਆਦਾ ਸਨਮਾਨ ਮਿਲਦਾ ਹੈ। ਲੋਕ ਸਾਹਮਣੇ ਵਾਲੇ ਬੰਦੇ ਦਾ ਪਹਿਲੀ ਨਜ਼ਰੇ ਅਚੇਤਨ ਵਿੱਚ ਉਹਦਾ ਮੁਲਾਂਕਣ ਕਰਦੇ ਆ ਤੇ ਉਹਦੇ ਨਾਲ ਉਸੇ ਤਰ੍ਹਾਂ ਦਾ ਵਿਹਾਰ ਕਰਦੇ ਆ। ਅਸੀਂ ਕਿਸੇ ਬੰਦੇ ਵੱਲ ਵੇਖਦੇ ਹਾਂ, ਹੋਰ ਯਾਰ ਵਾਲਾ ਵਿਹਾਰ ਕਰਦੇ ਹਾਂ। ਅਸੀਂ ਦੂਜੇ ਬੰਦੇ ਵੱਲ ਵੇਖਦੇ ਹਾਂ, ਯੈਸ ਸਰ ਵਾਲਾ ਵਿਹਾਰ ਕਰਦੇ ਹਾਂ। ਹਾਂਜੀ, ਬੰਦੇ ਦਾ ਬਾਹਰੀ ਵਿਅਕਤੀਤਵ ਬੋਲਦਾ ਹੈ। ਚੰਗੇ ਪਹਿਰਾਵੇ ਵਾਲੇ ਵਿਅਕਤੀ ਦੀ ਸਕਾਰਾਤਮਕ ਛਾਪ ਪੈਂਦੀ ਹੈ। ਇਸ ਰਾਹੀਂ ਲੋਕਾਂ ਤਾਈਂ ਇਹ ਸੰਦੇਸ਼ ਪੁੱਜਦਾ ਹੈ, ਇਹ ਇੱਕ ਮਹੱਤਵਪੂਰਨ ਬੰਦਾ ਹੈ, ਬੁੱਧੀਮਾਨ, ਅਮੀਰ ਤੇ ਭਰੋਸੇਮੰਦ। ਇਸ ਬੰਦੇ ਦਾ ਸਨਮਾਨ ਕਰਨਾ ਚਾਹੀਦਾ ਹੈ, ਇਹਦੀ ਤਾਰੀਫ ਕਰਨੀ ਚਾਹੀਦੀ ਹੈ, ਇਹ ਤੇ ਭਰੋਸਾ ਕਰਨਾ ਚਾਹੀਦਾ ਹੈ। ਇਹ ਆਪਣੇ ਆਪ ਦਾ ਸਨਮਾਨ ਕਰਦਾ, ਮੈਂ ਵੀ ਇਹਦਾ ਸਨਮਾਨ ਕਰਾਂਗਾ। ਫਟੇ ਹਾਲ ਜਾਂ ਗੰਦੇ ਕੱਪੜੇ ਪਾਏ ਬੰਦੇ ਦੀ ਲੋਕਾਂ ਤੇ ਨਕਾਰਾਤਮਕ ਛਾਪ ਪੈਂਦੀ ਹੈ। ਇਹੋ ਜਿਹੇ ਕੱਪੜਿਆਂ ਨਾਲ ਇਹ ਸੰਦੇਸ਼ ਪੁੱਜਦਾ ਹੈ, ਇਹ ਰਿਹਾ ਇੱਕ ਅਸਫਲ ਬੰਦਾ, ਲਾਪਰਵਾਹ, ਨਾਕਾਬਲ, ਮਹੱਤਵਹੀਨ। ਉਹ ਕੇਵਲ ਇੱਕ ਆਮ ਬੰਦਾ ਹੈ, ਉਸ ਵੱਲ ਕੋਈ ਵਿਸ਼ੇਸ਼ ਧਿਆਨ ਦੇਣਾ ਨਹੀਂ ਚਾਹੁੰਦਾ, ਉਹਨੂੰ ਧੱਕੇ ਖਾਣ ਦੀ ਆਦਤ ਹੋਏਗੀ। ਜਦੋਂ ਮੈਂ ਆਪਣੇ ਟ੍ਰੇਨਿੰਗ ਪ੍ਰੋਗਰਾਮਾਂ 'ਚ ਇਸ ਗੱਲ ਤੇ ਜ਼ੋਰ ਦਿੰਦਾ ਕਿ ਆਪਣੇ ਪਹਿਰਾਵੇ ਦਾ ਸਨਮਾਨ ਕਰੋ, ਤਾਂ ਮੇਰੇ ਤੋਂ ਹਮੇਸ਼ਾ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਹਿਰਾਵਾ ਮਹੱਤਵਪੂਰਨ ਹੈ, ਪਰ ਮੈਂ ਇੰਨੇ ਮਹਿੰਗੇ ਕੱਪੜੇ ਕਿਸ ਤਰ੍ਹਾਂ ਪਾਵਾਂਗਾ ਜਿਨ੍ਹਾਂ ਨੂੰ ਪਾ ਕੇ ਮੇਰੇ ਅੰਦਰ ਆਤਮ ਵਿਸ਼ਵਾਸ ਜਾਗ ਪਾਏ ਤੇ ਦੂਜੇ ਮੇਰਾ ਸਨਮਾਨ ਕਰਨ ਲੱਗਣ। ਇਹ ਸਵਾਲ ਕਈ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਇਹਨੇ ਮੈਨੂੰ ਵੀ ਬੜੇ
ਸਮੇਂ ਤੱਕ ਪਰੇਸ਼ਾਨ ਕੀਤਾ। ਪਰ ਇਹਦਾ ਜਵਾਬ ਦਰਅਸਲ ਬੜਾ ਸੌਖਾ ਹੈ। ਦੁੱਗਣੀ ਕੀਮਤ ਦਿਓ ਤੇ ਅੱਧੀ ਸੰਖਿਆ ਖਰੀਦੋ। ਇਸ ਸੂਤਰ ਨੂੰ ਦਿਮਾਗ 'ਚ ਚੰਗੀ ਤਰ੍ਹਾਂ ਬਿਠਾ ਲਓ, ਫਿਰ ਇਸ 'ਤੇ ਅਮਲ ਕਰੋ। ਹੈਟ, ਸੂਟ, ਬੂਟ, ਮੋਜ਼ੇ, ਕੋਟ, ਜਿਹੜਾ ਵੀ ਕੱਪੜਾ ਤੁਸੀਂ ਪਾਓ ਇਸੇ ਹਿਸਾਬ ਨਾਲ ਪਾਓ। ਜਿੱਥੇ ਤਾਈਂ ਦਿਖਣ ਦਾ ਸਵਾਲ ਹੈ, ਕੁਆਲਿਟੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ, ਕੁਆਂਟੀਟੀ ਘੱਟ। ਜਦ ਤੁਸੀਂ ਇਸ ਸਿਧਾਂਤ 'ਤੇ ਅਮਲ ਕਰੋਗੇ ਤਾਂ ਪਾਓਗੇ ਕਿ ਨਾ ਕੇਵਲ ਇਸ ਨਾਲ ਤੁਹਾਡੀਆਂ ਨਜ਼ਰਾਂ 'ਚ ਤੁਹਾਡਾ ਸਨਮਾਨ ਵਧੇਗਾ, ਬਲਕਿ ਦੂਜਿਆਂ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਤੁਹਾਡਾ ਸਨਮਾਨ ਕਈ ਗੁਣਾ ਵੱਧ ਜਾਏਗਾ। ਤੇ ਤੁਸੀਂ ਪਾਓਗੇ ਕਿ ਜ਼ਿਆਦਾ ਮਹਿੰਗੇ ਕੱਪੜੇ ਪਾਉਣ ਤੋਂ ਬਾਅਦ ਵੀ ਤੁਸੀਂ ਫਾਇਦੇ 'ਚ ਰਹੇ, ਕਿਉਂਕਿ ਨੰਬਰ 1, ਤੁਹਾਡੇ ਕੱਪੜੇ ਜ਼ਿਆਦਾ ਸਮੇਂ ਤੱਕ ਚੱਲਣਗੇ, ਕਿਉਂਕਿ ਸਸਤੇ ਕੱਪੜਿਆਂ ਤੋਂ ਜ਼ਿਆਦਾ ਟਿਕਾਊ ਹੁੰਦੇ ਆ ਤੇ ਜਦੋਂ ਤਾਈਂ ਉਹ ਚੱਲਣਗੇ ਤਦੋਂ ਤਾਈਂ ਉਹਨਾਂ ਦੀ ਕੁਆਲਿਟੀ ਬਣੀ ਰਹੇਗੀ। ਦੂਜਾ, ਜਿਹੜਾ ਤੁਸੀਂ ਖਰੀਦੋਗੇ ਉਹ ਜ਼ਿਆਦਾ ਸਮੇਂ ਤੱਕ ਫੈਸ਼ਨ ਬਣਿਆ ਰਹੇਗਾ। ਚੰਗੇ ਕੱਪੜੇ ਹਮੇਸ਼ਾ ਫੈਸ਼ਨ 'ਚ ਬਣੇ ਰਹਿੰਦੇ। ਤੀਜਾ, ਤੁਹਾਨੂੰ ਚੰਗੀ ਸਲਾਹ ਮਿਲੇਗੀ। ਜਿਹੜਾ ਦੁਕਾਨਦਾਰ $200 ਦਾ ਸੂਟ ਵੇਚਦਾ ਹੈ, ਉਹ $100 ਦਾ ਸੂਟ ਵੇਚਣ ਵਾਲੇ ਦੁਕਾਨਦਾਰ ਦੇ ਬਜਾਏ ਸਹੀ ਕੱਪੜਾ ਚੁਣਨ 'ਚ ਤੁਹਾਡੀ ਜ਼ਿਆਦਾ ਸਹਾਇਤਾ ਕਰੇਗਾ। ਯਾਦ ਰੱਖੋ, ਤੁਹਾਡਾ ਪਹਿਰਾਵਾ ਤੁਹਾਨੂੰ ਕੁਝ ਕਹਿੰਦਾ ਹੈ ਤੇ ਇਹ ਦੂਜਿਆਂ ਨੂੰ ਵੀ ਕੁਝ ਕਹਿੰਦਾ ਹੈ। ਪੱਕਾ ਕਰ ਲਓ ਕਿ ਸਾਰਿਆਂ ਨੂੰ ਇਹੀ ਕਹੇ। ਇਹ ਰਿਹਾ ਇੱਕ ਬੰਦਾ ਜਿਹੜਾ ਤੁਹਾਡਾ ਸਨਮਾਨ ਕਰਦਾ ਹੈ। ਇਹ ਬੰਦਾ ਮਹੱਤਵਪੂਰਨ ਹੈ। ਇਹਦੇ ਨਾਲ ਇਹੋ ਜਿਹਾ ਵਿਹਾਰ ਕਰੋ ਜਿਵੇਂ ਮਹੱਤਵਪੂਰਨ ਬੰਦਿਆਂ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਦੂਜਿਆਂ ਵਾਸਤੇ ਆਪਣੇ ਪਹਿਰਾਵੇ 'ਤੇ ਵੀ ਧਿਆਨ ਦੇਣਾ ਚਾਹੀਦਾ ਤੇ ਉਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਆਪ ਲਈ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਆਪਣੇ ਸਭ ਤੋਂ ਚੰਗੇ ਸਰੂਪ ਵਿੱਚ ਸਭ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰੋ। ਤੁਸੀਂ ਆਪਣੇ ਬਾਰੇ ਜੋ ਸੋਚਦੇ ਹੋ ਤੁਸੀਂ ਉਹੀ ਹੁੰਦੇ ਹੋ। ਜੇਕਰ ਤੁਹਾਡੇ ਪਹਿਰਾਵੇ ਤੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੀਣ ਹੋ ਤਾਂ ਤੁਸੀਂ ਵਾਕਈ ਹੀਣ ਹੁੰਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਛੋਟੇ ਹੋ ਤਾਂ ਸੱਚਮੁੱਚ ਛੋਟੇ ਬਣ ਜਾਂਦੇ ਹੋ। ਵਧੀਆ ਦਿਖਣ ਦੀ ਕੋਸ਼ਿਸ਼ ਕਰੋ, ਤਦੇ ਤੁਸੀਂ ਆਪਣੇ ਆਪ ਨੂੰ ਵਧੀਆ ਸਮਝੋਗੇ ਤੇ ਵਧੀਆ ਕੰਮ ਕਰ ਪਾਓਗੇ। ਇਹ ਸੋਚੋ ਕਿ ਕੰਮ ਮਹੱਤਵਪੂਰਨ ਹੈ। ਕੰਮ ਦੇ ਬਾਰੇ 3 ਇੱਟਾਂ ਚੁੱਕਣ ਵਾਲਿਆਂ ਦੀ ਇਹ ਕਹਾਣੀ ਆਮ ਕਰਕੇ ਸੁਣਾਈ ਜਾਂਦੀ ਹੈ। ਬਹੁਤ ਵਧੀਆ ਕਹਾਣੀ ਹੈ, ਇਸ ਲਈ ਇਹਨੂੰ ਇੱਕ ਵਾਰੀ ਹੋਰ ਸੁਣਨ 'ਚ ਕੋਈ ਹਰਜ਼ ਨਹੀਂ। ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਤੂੰ ਕੀ ਕਰ ਰਿਹਾ ਤਾਂ ਇੱਟਾਂ ਜਮਾਉਣ ਵਾਲੇ ਪਹਿਲੇ ਨੇ ਕਿਹਾ ਇੱਟਾਂ ਜਮਾ ਰਿਹਾ। ਦੂਜੇ ਨੇ ਜਵਾਬ ਦਿੱਤਾ $9.3 ਪ੍ਰਤੀ ਘੰਟਾ ਕਮਾ ਰਿਹਾ। ਤੀਜੇ ਨੇ ਜਵਾਬ ਦਿੱਤਾ ਮੈਂ ਤਾਂ ਦੁਨੀਆ ਦਾ ਸਭ ਤੋਂ ਮਹਾਨ ਗਿਰਜਾਘਰ ਬਣਾ ਰਿਹਾ। ਇਹ ਕਹਾਣੀ ਸਾਨੂੰ ਇਹ ਨਹੀਂ ਦੱਸਦੀ ਕਿ ਬਾਅਦ 'ਚ ਇਹਨਾਂ 3 ਇੱਟਾਂ ਜਮਾਉਣ ਵਾਲਿਆਂ ਦੀ ਜ਼ਿੰਦਗੀ 'ਚ ਕੀ ਹੋਇਆ, ਪਰ ਤੁਹਾਨੂੰ ਕੀ ਲੱਗਦਾ ਕੀ ਹੋਇਆ ਹੋਏਗਾ? ਸ਼ਾਇਦ ਪਹਿਲੇ ਦੋਵੇਂ ਇੱਟਾਂ ਜਮਾਉਣ ਵਾਲੇ ਸਾਰੀ ਜ਼ਿੰਦਗੀ ਉਹੀ ਕੰਮ ਕਰਦੇ ਰਹੇ ਹੋਣਗੇ, ਇੱਟਾਂ ਢੋਣ ਜਾਂ ਇੱਟਾਂ ਜਮਾਉਣ ਦਾ। ਉਹਨਾਂ ਵਿੱਚ ਭਵਿੱਖ ਦੇਖਣ ਦੀ ਨਜ਼ਰ ਨਹੀਂ ਸੀ। ਉਹ ਆਪਣੇ ਕੰਮ ਦਾ ਸਨਮਾਨ ਨਹੀਂ ਸਨ ਕਰਦੇ। ਉਹਨਾਂ ਨੂੰ ਕੋਈ ਚੀਜ਼ ਪਿੱਛੇ ਤੋਂ ਧੱਕਦੇ ਹੋਏ ਮਹਾਨ ਸਫਲਤਾ ਵੱਲ ਨਹੀਂ ਸੀ ਲਿਜਾ ਰਹੀ। ਪਰ ਤੁਸੀਂ ਸ਼ਰਤ ਲਾ ਸਕਦੇ ਕਿ ਤੀਜਾ ਕਾਰੀਗਰ ਜਿਹਨੇ ਇਹ ਕਿਹਾ ਸੀ ਕਿ ਉਹ ਮਹਾਨ ਗਿਰਜਾਘਰ ਬਣਾ ਰਿਹਾ ਸੀ, ਉਹਨੇ ਹਮੇਸ਼ਾ ਇੱਟਾਂ ਨਹੀਂ ਜਮਾਈਆਂ। ਸ਼ਾਇਦ ਉਹ ਫੋਰਮੈਨ ਬਣ ਗਿਆ ਹੋਏਗਾ, ਜਾਂ ਸ਼ਾਇਦ ਠੇਕੇਦਾਰ, ਜਾਂ ਸ਼ਾਇਦ ਇੱਕ ਆਰਕੀਟੈਕਟ। ਉਹ ਅੱਗੇ ਵੱਧ ਗਿਆ ਹੋਏਗਾ, ਉੱਤੇ ਵੱਲ ਵਧਿਆ ਹੋਏਗਾ। ਕਿਉਂਕਿ ਇਨਸਾਨ ਦੀ ਸੋਚ ਹੀ ਉਹਦੀ ਤਰੱਕੀ ਦਾ ਆਧਾਰ ਹੈ। ਤੀਜੇ ਨੰਬਰ ਦਾ ਕਾਰੀਗਰ ਉੱਚਾ ਸੋਚ ਸਕਦਾ ਸੀ। ਉਹਦੇ ਵਿਚਾਰ ਉੱਚੇ ਸਨ। ਉਹਨੂੰ ਆਪਣੇ ਕੰਮ ਦੇ ਮਹੱਤਵ ਦਾ ਅਹਿਸਾਸ ਸੀ। ਕੰਮ ਬਾਰੇ ਤੁਹਾਡੀ ਸੋਚ ਕੀ ਹੈ, ਉਹ ਤੋਂ ਤੁਹਾਡੇ ਬਾਰੇ ਬਹੁਤ ਕੁਝ ਪਤਾ ਚੱਲਦਾ ਹੈ। ਉਹ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਤੁਹਾਡੇ ਅੰਦਰ ਜ਼ਿਆਦਾ ਜ਼ਿੰਮੇਵਾਰੀ ਚੁੱਕਣ ਦੀ ਸਮਰੱਥਾ ਹੈ ਜਾਂ ਨਹੀਂ। ਮੇਰਾ ਦੋਸਤ ਨੌਕਰੀਆਂ ਦੇਣ ਵਾਲੀ ਇੱਕ ਫਰਮ ਚਲਾਉਂਦਾ ਹੈ। ਉਹਨੇ ਮੈਨੂੰ ਹੁਣੇ ਹੀ ਕਿਹਾ ਹੈ, ਅਸੀਂ ਕਿਸੇ ਦੀ ਨੌਕਰੀ ਦੀ ਦਰਖਾਸਤ ਵਿੱਚ ਇਸ ਗੱਲ 'ਤੇ ਖਾਸ ਧਿਆਨ ਦਿੰਦੇ ਹਾਂ ਕਿ ਵਰਤਮਾਨ ਨੌਕਰੀ ਬਾਰੇ ਉਹਦੀ ਰਾਏ ਕੀ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਉਹਦੀ ਨਜ਼ਰ 'ਚ ਉਹਦਾ ਵਰਤਮਾਨ ਕੰਮ ਮਹੱਤਵਪੂਰਨ ਹੈ ਤਾਂ ਸਾਡੇ 'ਤੇ ਇਹਦਾ ਹਮੇਸ਼ਾ ਚੰਗਾ ਅਸਰ ਪੈਂਦਾ ਹੈ। ਕਿਉਂ? ਸਿਰਫ ਇਸ ਕਰਕੇ ਜੇਕਰ ਬਿਨੇਕਾਰ ਦੀ ਨਜ਼ਰ 'ਚ ਉਹਦਾ ਵਰਤਮਾਨ ਕੰਮ ਮਹੱਤਵਪੂਰਨ ਹੈ ਤਾਂ ਉਹਦੀ ਨਜ਼ਰ 'ਚ ਉਹਦਾ ਅਗਲਾ ਕੰਮ ਵੀ ਮਹੱਤਵਪੂਰਨ ਹੋਏਗਾ। ਅਸੀਂ ਇਹ ਪਾਇਆ ਕਿ ਜਿਹੜਾ ਬੰਦਾ ਆਪਣੇ ਕੰਮ ਦਾ ਜਿੰਨਾ ਸਨਮਾਨ ਕਰਦਾ, ਆਪਣੇ ਕੰਮ ਨੂੰ ਉਨੀ ਚੰਗੀ ਤਰ੍ਹਾਂ ਕਰਦਾ ਹੈ। ਦੋਨਾਂ 'ਚ ਬੜਾ ਗਹਿਰਾ ਸੰਬੰਧ ਹੁੰਦਾ ਹੈ। ਤੁਹਾਡੇ ਪਹਿਰਾਵੇ ਵਾਂਗ ਤੁਹਾਡੀ ਆਪਣੇ ਕੰਮ ਬਾਰੇ ਸੋਚ ਵੀ ਤੁਹਾਡੇ ਸੁਪੀਰੀਅਰਾਂ, ਸਹਿਯੋਗੀਆਂ, ਹੇਠਲਿਆਂ ਨੂੰ ਕੁਝ ਕਹਿੰਦੀ ਹੈ। ਦਰਅਸਲ ਤੁਹਾਡੇ ਸੰਪਰਕ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਕੁਝ ਨਾ ਕੁਝ ਜ਼ਰੂਰ ਕਹਿੰਦੀ ਹੈ। ਕੁਝ ਮਹੀਨੇ ਪਹਿਲਾਂ ਮੈਂ ਇੱਕ ਦੋਸਤ ਦੇ ਨਾਲ ਕੁਝ ਘੰਟਿਆਂ ਦਾ ਸਮਾਂ ਬਤੀਤ ਕੀਤਾ। ਮੇਰਾ ਇਹ ਮਿੱਤਰ ਇੱਕ ਅਪਲਾਇੰਸ ਨਿਰਮਾਤਾ ਦੇ ਕੋਲ ਪਰਸਨਲ ਡਾਇਰੈਕਟਰ ਹੈ। ਅਸੀਂ ਬੰਦਾ ਬਣਾਉਣ ਦੇ ਬਾਰੇ ਗੱਲਾਂ ਕੀਤੀਆਂ। ਉਹਨੇ ਆਪਣਾ ਪਰਸਨਲ ਆਡਿਟ ਸਿਸਟਮ ਮੈਨੂੰ ਸਮਝਾਇਆ ਤੇ ਕਿਹਾ ਕਿ ਉਹਨੇ ਇਸ ਨਾਲ ਬਹੁਤ ਕੁਝ ਸਿੱਖਿਆ। ਸਾਡੇ ਕੋਲ 800 ਲੋਕਾਂ ਦਾ ਗੈਰ ਉਤਪਾਦਕ ਸਟਾਫ ਹੈ। ਸਾਡੇ ਪਰਸਨਲ ਆਡਿਟ ਸਿਸਟਮ ਵਿੱਚ ਮੈਂ ਆਪਣੇ ਇੱਕ ਸਹਿਯੋਗੀ ਦੇ ਨਾਲ ਹਰ 6 ਮਹੀਨੇ ਵਿੱਚ ਆਪਣੇ ਹਰ ਵਰਕਰ ਦਾ ਇੰਟਰਵਿਊ ਲੈਂਦਾ। ਸਾਡਾ ਨਿਸ਼ਾਨਾ ਸਿੱਧਾ ਜਿਹਾ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਉਹਦੇ
ਕੰਮ 'ਚ ਉਹਦੀ ਕੀ ਸਹਾਇਤਾ ਕਰ ਸਕਦੇ ਹਾਂ। ਅਸੀਂ ਸੋਚਦੇ ਹਾਂ ਇੱਕ ਚੰਗੀ ਪਰੰਪਰਾ ਹੈ, ਕਿਉਂਕਿ ਸਾਡੇ ਕੋਲ ਕੰਮ ਕਰਨ ਵਾਲਾ ਹਰ ਬੰਦਾ ਸਾਡੇ ਲਈ ਮਹੱਤਵਪੂਰਨ ਹੈ, ਵਰਨਾ ਉਹ ਸਾਡੇ ਕੋਲ ਕੰਮ ਨਹੀਂ ਕਰ ਰਿਹਾ ਹੁੰਦਾ। ਅਸੀਂ ਵਰਕਰ ਤੋਂ ਸਿੱਧਾ ਸਵਾਲ ਨਹੀਂ ਪੁੱਛਦੇ, ਇਹਦੀ ਬਜਾਏ ਅਸੀਂ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ। ਉਹ ਜੋ ਕਹਿਣਾ ਚਾਹੁੰਦਾ ਹੈ ਕਹੇ। ਅਸੀਂ ਉਹਨਾਂ ਦੇ ਸੱਚੇ ਵਿਚਾਰਾਂ ਨੂੰ ਸੁਣਨਾ ਚਾਹੁੰਦੇ ਹਾਂ। ਹਰ ਇੰਟਰਵਿਊ ਤੋਂ ਬਾਅਦ ਅਸੀਂ ਉਹਨਾਂ ਦੇ ਕੰਮ ਦੇ ਬਾਰੇ, ਉਹਨਾਂ ਦੇ ਰਵੱਈਏ ਦਾ ਮੁਲਾਂਕਣ ਕਈ ਨੁਕਤਿਆਂ ਤੋਂ ਕਰਦੇ ਹਾਂ। ਮੈਂ ਇਸ ਤੋਂ ਇਹ ਸਿੱਖਿਆ, ਉਹਨੇ ਅੱਗੇ ਕਿਹਾ, ਸਾਡੇ ਵਰਕਰ A ਗਰੁੱਪ ਜਾਂ B ਗਰੁੱਪ 'ਚ ਕਿਸੇ ਇੱਕ ਗਰੁੱਪ 'ਚ ਫਿੱਟ ਹੁੰਦੇ ਹਨ ਤੇ ਉਹਨਾਂ ਦੇ ਕਿਸੇ ਗਰੁੱਪ 'ਚ ਫਿੱਟ ਹੋਣ ਦਾ ਆਧਾਰ ਹੁੰਦਾ ਆਪਣੇ ਕੰਮ ਬਾਰੇ ਉਹਨਾਂ ਦਾ ਰਵੱਈਆ। B ਗਰੁੱਪ ਦੇ ਲੋਕ ਮੁੱਖ ਤੌਰ ਤੇ ਸੁਰੱਖਿਆ, ਕੰਪਨੀ ਦੀ ਰਿਟਾਇਰਮੈਂਟ ਯੋਜਨਾਵਾਂ, ਮੈਡੀਕਲ ਲੀਵ ਲੈਣ ਦੀਆਂ ਨੀਤੀਆਂ, ਛੁੱਟੀਆਂ ਦਾ ਸਮਾਂ, ਬੀਮਾ ਯੋਜਨਾ 'ਚ ਸੁਧਾਰ ਤੇ ਓਵਰ ਟਾਈਮ ਦੇ ਬਾਰੇ ਗੱਲਾਂ ਕਰਦੇ ਆ। ਉਹ ਇਹ ਨਹੀਂ ਜਾਣਨਾ ਚਾਹੁੰਦੇ ਕਿ ਜਿਸ ਤਰ੍ਹਾਂ ਉਹਨਾਂ ਨੂੰ ਪਿਛਲੇ ਮਾਰਚ ਵਿੱਚ ਓਵਰ ਟਾਈਮ ਦਿੱਤਾ ਗਿਆ ਸੀ, ਕਿ ਉਹ ਇਸ ਵਾਰ ਵੀ ਮਾਰਚ ਵਿੱਚ ਉਹਨਾਂ ਨੂੰ ਦਿੱਤਾ ਜਾਏਗਾ। ਉਹ ਆਪਣੀ ਨੌਕਰੀ ਦੀਆਂ ਮੁਸ਼ਕਲਾਂ ਬਾਰੇ ਵੀ ਗੱਲਾਂ ਕਰਦੇ ਆ। ਉਹ ਸਾਨੂੰ ਵਿਸਥਾਰ ਨਾਲ ਦੱਸਦੇ ਆ ਕਿ ਉਹਨਾਂ ਨੂੰ ਆਪਣੇ ਸਾਥੀ ਵਰਕਰਾਂ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਜਾਂ ਆਦਤਾਂ ਪਸੰਦ ਨਹੀਂ। ਕੁੱਲ ਮਿਲਾ ਕੇ B ਗਰੁੱਪ ਦੇ ਲੋਕ ਤੇ ਇਸ ਗਰੁੱਪ 'ਚ ਸਾਡੇ ਗੈਰ ਉਤਪਾਦਕ ਸਟਾਫ ਦੇ ਤਕਰੀਬਨ 80% ਵਰਕਰ ਆਉਂਦੇ ਆ। ਆਪਣੀ ਨੌਕਰੀ ਨੂੰ ਲੋੜੀਂਦੀ ਬੁਰਾਈ ਸਮਝਦੇ ਆ। ਆਪਣੀ ਨੌਕਰੀ ਬਾਰੇ ਇਹ ਗਰੁੱਪ ਦੇ ਵਿਅਕਤੀ ਦਾ ਨਜ਼ਰੀਆ ਬਿਲਕੁਲ ਵੱਖਰਾ ਹੁੰਦਾ ਹੈ। ਉਹ ਆਪਣੇ ਭਵਿੱਖ ਦੇ ਬਾਰੇ ਚਿੰਤਤ ਹੁੰਦਾ ਹੈ ਤੇ ਸਾਨੂੰ ਸੁਝਾਅ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਕੰਮ ਨੂੰ ਹੋਰ ਵਧੀਆ ਢੰਗ ਨਾਲ ਕਰ ਸਕਦਾ ਹੈ। ਉਹ ਸਾਡੇ ਤੋਂ ਕਿਸੇ ਗੱਲ ਦੀ ਆਸ ਨਹੀਂ ਕਰਦਾ, ਉਹ ਸਾਡੇ ਤੋਂ ਸਿਰਫ ਮੌਕਾ ਚਾਹੁੰਦਾ ਹੈ। ਇਹ ਗਰੁੱਪ ਦੇ ਲੋਕ ਵੱਡੇ ਪੈਮਾਨੇ ਤੇ ਸੋਚਦੇ ਆ, ਉਹ ਬਿਜ਼ਨਸ ਸੁਧਾਰਨ ਲਈ ਸੁਝਾਅ ਦਿੰਦੇ ਆ। ਉਹ ਮੇਰੇ ਆਫਿਸ 'ਚ ਹੋਣ ਵਾਲੇ ਇੰਟਰਵਿਊ ਨੂੰ ਰਚਨਾਤਮਕ ਤੇ ਲਾਭਦਾਇਕ ਸਮਝਦੇ ਆ, ਜਦਕਿ ਗਰੁੱਪ B ਦੇ ਲੋਕ ਮੰਨਦੇ ਆ ਕਿ ਇੰਟਰਵਿਊ ਜਾਂ ਸਾਡਾ ਪਰਸਨਲ ਆਡਿਟ ਸਿਸਟਮ ਇੱਕ ਬ੍ਰੇਨ ਵਾਸ਼ਿੰਗ ਮੁਹਿੰਮ ਹੈ। ਇਹ ਤੋਂ ਜਿਵੇਂ ਤਿਵੇਂ ਛੁਟਕਾਰਾ ਪਾਉਣ ਨਾਲੋਂ ਖੁਸ਼ ਹੁੰਦੇ ਆ। ਕਿਸੇ ਦੇ ਰਵੱਈਏ ਦਾ ਉਹਦੀ ਸਫਲਤਾ ਨਾਲ ਕੀ ਸੰਬੰਧ ਹੈ, ਇਹ ਦੇਖਣ ਦਾ ਤਰੀਕਾ ਸਾਡੇ ਕੋਲ ਹੈ। ਵਰਕਰਾਂ ਨੂੰ ਪ੍ਰਮੋਸ਼ਨ ਦੇਣਾ, ਉਹਨਾਂ ਦੀਆਂ ਤਨਖਾਹਾਂ ਵਧਾਉਣਾ, ਬਾਕੀ ਖਾਸ ਮੁਨਾਫਾ ਦੇਣ ਦੀ ਜਿੰਨੀਆਂ ਵੀ ਸਿਫਾਰਸ਼ਾਂ ਹੁੰਦੀਆਂ ਹਨ, ਉਹ ਸਾਰੀਆਂ ਮੇਰੇ ਕੋਲ ਆਉਂਦੀਆਂ। ਹਮੇਸ਼ਾ ਤੋਂ ਇਹੀ ਦੇਖਣ 'ਚ ਆਇਆ ਕਿ ਮੁਨਾਫਾ ਦੇਣ ਦੀਆਂ ਸਿਫਾਰਸ਼ਾਂ A ਗਰੁੱਪ ਦੇ ਲੋਕਾਂ ਲਈ ਆਉਂਦੀਆਂ ਤੇ ਜਿੰਨੀਆਂ ਵੀ ਸਮੱਸਿਆਵਾਂ ਹੁੰਦੀਆਂ B ਗਰੁੱਪ ਦੇ ਲੋਕਾਂ ਵੱਲੋਂ। ਮੇਰੇ ਕੰਮ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ, ਉਹਨੇ ਕਿਹਾ, B ਗਰੁੱਪ ਦੇ ਲੋਕਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਜਾਏ, ਉਹਨਾਂ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾਏ ਕਿ B ਗਰੁੱਪ ਤੋਂ A ਗਰੁੱਪ 'ਚ ਆ ਜਾਣ। ਇਹ ਆਸਾਨ ਨਹੀਂ ਹੈ, ਕਿਉਂਕਿ ਜਦੋਂ ਤਾਈਂ ਕੋਈ ਆਪਣੀ ਨੌਕਰੀ ਨੂੰ ਮਹੱਤਵਪੂਰਨ ਨਹੀਂ ਸਮਝਦਾ, ਆਪਣੇ ਕੰਮ ਪ੍ਰਤੀ ਸਕਾਰਾਤਮਕ ਵਿਚਾਰ ਨਹੀਂ ਰੱਖਦਾ, ਤਦ ਤਾਈਂ ਉਹਦੀ ਕੋਈ ਸਹਾਇਤਾ ਨਹੀਂ ਕੀਤੀ ਜਾ ਸਕਦੀ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਤੁਸੀਂ ਆਪਣੇ ਬਾਰੇ ਕਿਹੋ ਜਿਹਾ ਸੋਚਦੇ ਹੋ, ਤੁਸੀਂ ਉਸੇ ਤਰ੍ਹਾਂ ਦੇ ਹੁੰਦੇ ਹੋ। ਤੁਹਾਡੀ ਵਿਚਾਰ ਸ਼ਕਤੀ ਤੁਹਾਨੂੰ ਉਸੇ ਤਰ੍ਹਾਂ ਦਾ ਬਣਾ ਦਿੰਦੀ ਹੈ। ਇਹ ਸੋਚੋ ਕਿ ਤੁਸੀਂ ਕਮਜ਼ੋਰ ਹੋ, ਇਹ ਸੋਚੋ ਕਿ ਤੁਹਾਡੇ ਵਿੱਚ ਕਾਬਲੀਅਤ ਘੱਟ ਹੈ, ਜਾਂ ਇਹ ਸੋਚੋ ਕਿ ਤੁਸੀਂ ਅਸਫਲ ਹੋ ਜਾਓਗੇ, ਇਹ ਸੋਚੋ ਕਿ ਤੁਸੀਂ ਸੈਕਿੰਡ ਕਲਾਸ ਹੋ। ਇਸ ਢੰਗ ਨਾਲ ਸੋਚੋ ਤੇ ਤੁਸੀਂ ਪੱਕੇ ਤੌਰ ਤੇ ਅਸਫਲ ਜ਼ਿੰਦਗੀ ਜਿਉਣ ਲਈ ਲਾਚਾਰ ਹੋ ਜਾਓਗੇ। ਪਰ ਇਹਦੀ ਬਜਾਏ ਸੋਚੋ, ਮੈਂ ਮਹੱਤਵਪੂਰਨ ਹਾਂ, ਮੇਰੇ 'ਚ ਕਾਬਲੀਅਤ ਹੈ, ਮੈਂ ਫਸਟ ਕਲਾਸ ਵਰਕਰ ਹਾਂ, ਮੇਰਾ ਕੰਮ ਮਹੱਤਵਪੂਰਨ ਹੈ। ਇਸ ਢੰਗ ਨਾਲ ਸੋਚੋ ਤੇ ਤੁਸੀਂ ਸਫਲਤਾ ਦੀ ਸਿਖਰ ਤੇ ਪਹੁੰਚ ਜਾਓਗੇ। ਜਿੱਤਣ ਦਾ ਸਿੱਧਾ ਜਿਹਾ ਢੰਗ ਇਹ ਜਾਣਨਾ ਹੈ ਕਿ ਤੁਸੀਂ ਆਪਣੇ ਬਾਰੇ ਸਕਾਰਾਤਮਕ ਸੋਚਦੇ ਹੋਏ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹੋ। ਦੂਜੇ ਲੋਕ ਤੁਹਾਡੀ ਯੋਗਤਾ ਦਾ ਅੰਦਾਜ਼ਾ ਤੁਹਾਡੇ ਕੰਮਾਂ ਨਾਲ ਲਾਉਂਦੇ ਆ। ਤੁਹਾਡਾ ਕੰਮ ਤੁਹਾਡੇ ਵਿਚਾਰਾਂ ਨਾਲ ਕਾਬੂ ਹੁੰਦਾ ਹੈ। ਤੁਸੀਂ ਜੋ ਸੋਚਦੇ ਹੋ ਤੁਸੀਂ ਉਹੀ ਹੁੰਦੇ ਹੋ। ਸੁਪਰਵਾਈਜ਼ਰ ਦੇ ਪਹਿਲੂ ਨਾਲ ਦੇਖੋ ਤੇ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਸ ਬੰਦੇ ਨੂੰ ਪ੍ਰਮੋਸ਼ਨ ਦਿਓਗੇ ਜਾਂ ਕਿਸ ਬੰਦੇ ਦੀ ਤਨਖਾਹ ਵਧਾਉਣ ਦੀ ਸਿਫਾਰਿਸ਼ ਕਰੋਗੇ। ਉਸ ਸੈਕਟਰੀ ਦੀ ਜਿਹੜੀ ਆਪਣੇ ਬੌਸ ਦੇ ਆਫਿਸ 'ਚ ਨਾ ਹੋਣ ਤੇ ਮੈਗਜ਼ੀਨ ਪੜ੍ਹਦੀ ਹੈ, ਜਾਂ ਉਸ ਸੈਕਟਰੀ ਦੀ ਜਿਹੜੀ ਇਸੇ ਸਮੇਂ ਅੰਦਰ ਆਪਣੇ ਬੌਸ ਦੇ ਛੋਟੇ-ਮੋਟੇ ਕੰਮਾਂ ਨੂੰ ਕਰ ਦਿੰਦੀ ਹੈ, ਤਾਂ ਕਿ ਮੁੜ ਕੇ ਆਉਣ ਤੇ ਆਪਣੇ ਕੰਮਾਂ ਨੂੰ ਹੋਰ ਵਧੀਆ ਢੰਗ ਨਾਲ ਕਰ ਸਕਣ। ਦੂਜਾ, ਉਸ ਵਰਕਰ ਨੂੰ ਜਿਹੜਾ ਕਹਿੰਦਾ ਕੋਈ ਪਰਵਾਹ ਨਹੀਂ, ਮੈਨੂੰ ਹਮੇਸ਼ਾ ਦੂਜੀ ਨੌਕਰੀ ਮਿਲ ਸਕਦੀ ਹੈ। ਜੇਕਰ ਉਹਨਾਂ ਨੂੰ ਮੇਰੇ ਕੰਮ ਕਰਨ ਦਾ ਢੰਗ ਪਸੰਦ ਨਹੀਂ ਆਉਂਦਾ ਤਾਂ ਮੈਂ ਇਹ ਕੰਮ ਛੱਡ ਸਕਦਾ। ਜਾਂ ਉਸ ਵਰਕਰ ਦੀ ਜਿਹੜਾ ਆਲੋਚਨਾ ਨੂੰ ਰਚਨਾਤਮਕ ਤੌਰ ਤੇ ਲੈਂਦਾ ਤੇ ਜ਼ਿਆਦਾ ਚੰਗਾ ਕੰਮ ਕਰਨ ਤੇ ਗੰਭੀਰ ਉਪਰਾਲੇ ਕਰਦਾ ਹੈ। ਤੀਜਾ, ਉਸ ਸੇਲਜ਼ਮੈਨ ਨੂੰ ਜਿਹੜਾ ਗਾਹਕ ਨੂੰ ਦੱਸਦਾ ਹੈ, ਅਰੇ ਮੈਂ ਤੇ ਉਹੀ ਕਰਦਾ ਜਿਹੜਾ ਮੈਨੂੰ ਕਰਨ ਲਈ ਕਿਹਾ ਜਾਂਦਾ ਹੈ, ਉਹਨਾਂ ਨੇ ਕਿਹਾ ਬਾਹਰ ਜਾਓ, ਦੇਖੋ ਤੁਹਾਨੂੰ ਕੁਝ ਚਾਹੀਦਾ ਹੈ ਕਿ ਨਹੀਂ। ਜਾਂ ਉਸ ਸੇਲਜ਼ਮੈਨ ਨੂੰ ਜਿਹੜਾ ਕਹਿੰਦਾ, ਮਿਸਟਰ ਬਰਾਊਨ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦਾ। ਚੌਥਾ, ਉਸ ਫੋਰਮੈਨ ਨੂੰ ਜਿਹੜਾ ਕਿਸੇ ਵਰਕਰ ਨੂੰ ਕਹਿੰਦਾ, ਸੱਚ ਗੱਲ ਕਹਾਂ ਤਾਂ ਮੈਂ ਆਪਣੇ ਕੰਮ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ, ਉੱਥੋਂ ਦੇ ਲੋਕ ਮੇਰੀ ਨੱਕ 'ਚ ਦਮ ਕਰੀ ਰੱਖਦੇ ਆ ਅੱਧੇ ਤੋਂ ਜ਼ਿਆਦਾ ਸਮੇਂ ਤੱਕ, ਤੇ ਮੈਨੂੰ ਇਹੀ ਸਮਝ ਨਹੀਂ ਪੈਂਦਾ ਕਿ ਮੇਰਾ ਬੌਸ ਕੀ ਬੋਲ ਰਿਹਾ। ਜਾਂ ਉਸ ਸੁਪਰਵਾਈਜ਼ਰ ਨੂੰ ਜਿਹੜਾ ਕਹਿੰਦਾ ਕਿ ਕਿਸੇ ਵੀ ਕੰਮ 'ਚ ਕੋਈ ਨਾ ਕੋਈ ਗੜਬੜ ਗੱਲ ਤਾਂ ਹੁੰਦੀ ਹੈ, ਪਰ ਮੈਂ ਤੁਹਾਨੂੰ ਤਸੱਲੀ ਦੇ ਦਿਆਂ, ਉੱਥੋਂ ਦੇ ਲੋਕ ਕਾਫੀ ਸਿਆਣੇ ਹਨ, ਉਹ ਸਾਡੀਆਂ ਸਮੱਸਿਆਵਾਂ ਸਮਝਦੇ ਹਨ ਤੇ ਸਾਡਾ ਭਲਾ ਸੋਚਦੇ ਹਨ।
ਕਿ ਇਸ ਨਾਲ ਤੁਹਾਨੂੰ ਪਤਾ ਨਹੀਂ ਚੱਲ ਜਾਂਦਾ ਕਿ ਕਈ ਲੋਕ ਸਾਰੀ ਜ਼ਿੰਦਗੀ ਇੱਕ ਹੀ ਸੱਤਰ ਤੇ ਕਿਉਂ ਬਣੇ ਰਹਿੰਦੇ ਹਨ? ਉਹਨਾਂ ਦੀ ਸੋਚ ਤੇ ਕੇਵਲ ਉਹਨਾਂ ਦੀ ਸੋਚ ਉਹਨਾਂ ਨੂੰ ਉੱਥੇ ਬਣਾਈ ਰੱਖਦੀ ਹੈ। ਇੱਕ ਐਡਵਰਟਾਈਜ਼ਿੰਗ ਐਗਜ਼ੀਕਿਊਟਿਵ ਨੇ ਮੈਨੂੰ ਇੱਕ ਵਾਰੀ ਦੱਸਿਆ ਕਿ ਕਿਸ ਤਰ੍ਹਾਂ ਉਹਦੀ ਕੰਪਨੀ ਆਪਣੇ ਨਵੇਂ ਅਨੁਭਵਹੀਨ ਲੋਕਾਂ ਨੂੰ ਫਾਰਮਲ ਟ੍ਰੇਨਿੰਗ ਦਿੰਦੀ ਹੈ। ਕੰਪਨੀ ਦੀ ਪਾਲਿਸੀ ਹੈ, ਉਹਨੇ ਕਿਹਾ ਅਸੀਂ ਕਿਸੇ ਵੀ ਨੌਜਵਾਨ ਨੂੰ ਆਰੰਭਕ ਸਰਵਸ਼੍ਰੇਸ਼ਠ ਟ੍ਰੇਨਿੰਗ ਦਈਏ। ਆਮ ਕਰਕੇ ਇਹ ਨੌਜਵਾਨ ਕਾਲਜ ਗ੍ਰੈਜੂਏਟ ਹੁੰਦੇ ਆ। ਅਸੀਂ ਸ਼ੁਰੂਆਤ ਵਿੱਚ ਇਹਨੂੰ ਡਾਕ ਵੰਡਣ ਦਾ ਕੰਮ ਸੌਂਪਦੇ ਹਾਂ। ਅਸੀਂ ਐਵੇਂ ਇਸ ਲਈ ਨਹੀਂ ਕਰਦੇ ਕਿਉਂਕਿ ਸਾਨੂੰ ਇੱਕ ਆਫਿਸ ਤੋਂ ਦੂਜੇ ਆਫਿਸ ਤੱਕ ਡਾਕ ਪਹੁੰਚਾਉਣ ਲਈ ਕਿਸੇ ਕਾਲਜ ਗ੍ਰੈਜੂਏਟ ਦੀ ਲੋੜ ਹੁੰਦੀ ਹੈ। ਸਾਡਾ ਉਦੇਸ਼ ਹੁੰਦਾ ਹੈ ਇਸ ਨੌਜਵਾਨ ਨੂੰ ਸਾਡੀ ਏਜੰਸੀ ਦੇ ਹਰ ਪ੍ਰਕਾਰ ਦੇ ਕੰਮਾਂ ਦਾ ਅਨੁਭਵ ਹੋ ਜਾਏ। ਜਦੋਂ ਚੰਗੀ ਤਰ੍ਹਾਂ ਕੰਮ ਸਿੱਖ ਲੈਂਦਾ ਅਸੀਂ ਉਹਨੂੰ ਨਵਾਂ ਕੰਮ ਸੌਂਪ ਦਿੰਦੇ ਹਾਂ। ਕਦੀ ਕਦਾਈ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਉਸ ਨੌਜਵਾਨ ਨੂੰ ਦੱਸਦੇ ਹਾਂ ਕਿ ਉਹਨੂੰ ਸ਼ੁਰੂਆਤ ਵਿੱਚ ਡਾਕ ਲਿਆਉਣਾ ਤੇ ਲਿਜਾਣਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਡਾਕੀਏ ਦਾ ਕੰਮ ਕਰਨਾ ਛੋਟਾ ਤੇ ਮਹੱਤਵਹੀਣ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਗਲਤ ਬੰਦੇ ਨੂੰ ਚੁਣ ਲਿਆ। ਜੇ ਉਸ ਵਿੱਚ ਇਹ ਦੇਖਣ ਦੀ ਦੂਰਦ੍ਰਿਸ਼ਟੀ ਨਹੀਂ ਹੈ ਕਿ ਡਾਕ ਵੰਡਣ ਦਾ ਕੰਮ ਸਿੱਖਣਾ ਜ਼ਰੂਰੀ ਹੈ, ਇਹ ਮਹੱਤਵਪੂਰਨ ਕੰਮਾਂ ਦੀ ਦਿਸ਼ਾ ਵੱਲ ਪਹਿਲਾ ਵਿਵਹਾਰਿਕ ਕਦਮ ਹੈ ਤੇ ਸਾਡੀ ਏਜੰਸੀ 'ਚ ਉਹਦਾ ਕੋਈ ਭਵਿੱਖ ਨਹੀਂ ਹੈ। ਯਾਦ ਰੱਖੋ, ਐਗਜ਼ੀਕਿਊਟਿਵ ਜਦੋਂ ਇਸ ਸਵਾਲ ਦਾ ਜਵਾਬ ਸੋਚਦੇ ਹੈ ਉਸ ਸਤਰ ਤੇ ਉਹ ਬੰਦਾ ਕੀ ਕਰੇਗਾ, ਇਸ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਲੱਭਦੇ ਹੈ ਹੁਣੇ ਉਹ ਜਿਹੜਾ ਕੰਮ ਕਰ ਰਿਹਾ ਉਹ ਕਿਵੇਂ ਕਰ ਰਿਹਾ। ਇੱਥੇ ਇੱਕ ਤਰਕ ਦਿੱਤਾ ਜਾ ਰਿਹਾ ਜਿਹੜਾ ਦਮਦਾਰ, ਸਿੱਧਾ ਜਿਹਾ ਤੇ ਸੌਖਾ ਹੈ। ਅੱਗੇ ਪੜ੍ਹਨ ਤੋਂ ਪਹਿਲਾਂ ਇਹਨੂੰ ਘੱਟੋ ਘੱਟ 5 ਵਾਰੀ ਪੜ੍ਹੋ। ਉਹ ਬੰਦਾ ਜਿਹੜਾ ਸੋਚਦਾ ਹੈ ਉਹਦਾ ਕੰਮ ਮਹੱਤਵਪੂਰਨ ਹੈ, ਉਹਨੂੰ ਮਾਨਸਿਕ ਸੰਕੇਤ ਮਿਲਦੇ ਹਨ ਕਿ ਉਹ ਵਧੀਆ ਕੰਮ ਕਿਵੇਂ ਕਰ ਸਕਦਾ ਹੈ। ਉਹ ਬੰਦਾ ਜਿਹੜਾ ਸੋਚਦਾ ਹੈ ਕਿ ਉਹਦਾ ਕੰਮ ਮਹੱਤਵਪੂਰਨ ਹੈ, ਉਹਨੂੰ ਮਾਨਸਿਕ ਸੰਕੇਤ ਮਿਲਦੇ ਹਨ ਕਿ ਉਹ ਵਧੀਆ ਕੰਮ ਕਿਵੇਂ ਕਰ ਸਕਦਾ ਹੈ। ਹੋਰ ਵਧੀਆ ਕੰਮ ਦਾ ਮਤਲਬ ਹੁੰਦਾ ਹੈ ਜ਼ਿਆਦਾ ਪ੍ਰਮੋਸ਼ਨ, ਜ਼ਿਆਦਾ ਤਨਖਾਹ, ਜ਼ਿਆਦਾ ਮਾਣ, ਜ਼ਿਆਦਾ ਸੁੱਖ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਬੱਚਾ ਕਿਸ ਤਰ੍ਹਾਂ ਛੇਤੀ ਆਪਣੇ ਮਾਪਿਓ ਦੇ ਰਵੱਈਏ, ਆਦਤਾਂ, ਡਰ ਤੇ ਰੁਚੀਆਂ ਨੂੰ ਸਿੱਖ ਲੈਂਦਾ ਹੈ। ਚਾਹੇ ਖਾਣ ਦੀ ਦਿਲਚਸਪੀ ਹੋਵੇ, ਵਿਹਾਰ ਦੇ ਢੰਗ ਹੋਣ, ਧਾਰਮਿਕ ਜਾਂ ਰਾਜਨੀਤਿਕ ਵਿਚਾਰ ਹੋਣ ਜਾਂ ਕਿਸੇ ਹੋਰ ਤਰ੍ਹਾਂ ਦਾ ਵਿਹਾਰ ਹੋਵੇ, ਬੱਚਾ ਆਮ ਕਰਕੇ ਤੇ ਆਪਣੇ ਮਾਪਿਓ ਦੀ ਸੋਚ ਦਾ ਜਿਉਂਦਾ ਜਾਗਦਾ ਪਰਛਾਵਾਂ ਹੁੰਦਾ ਹੈ। ਉਹ ਨਕਲ ਕਰਕੇ ਸਿੱਖਦਾ ਹੈ। ਇਹੀ ਵੱਡਿਆਂ ਨਾਲ ਵੀ ਹੁੰਦਾ ਹੈ। ਲੋਕੀ ਜ਼ਿੰਦਗੀ ਭਰ ਦੂਜਿਆਂ ਦੀ ਨਕਲ ਕਰਦੇ ਰਹਿੰਦੇ ਹੈ। ਉਹ ਆਪਣੇ ਲੀਡਰਾਂ ਤੇ ਸੁਪਰਵਾਈਜ਼ਰਾਂ ਦੀ ਨਕਲ ਕਰਦੇ ਹੈ। ਉਹਨਾਂ ਦੇ ਵਿਚਾਰਾਂ ਤੇ ਕੰਮਾਂ ਦਾ ਇਹਨਾਂ ਲੋਕਾਂ ਤੇ ਬਹੁਤ ਅਸਰ ਪੈਂਦਾ ਹੈ। ਤੁਸੀਂ ਇਹਨਾਂ ਨੂੰ ਬੜੀ ਆਸਾਨੀ ਨਾਲ ਪਰਖ ਸਕਦੇ ਹੋ। ਆਪਣੇ ਕਿਸੇ ਦੋਸਤ ਤੇ ਉਹਦੇ ਬੌਸ ਦਾ ਅਧਿਐਨ ਕਰੋ। ਦੇਖੋ ਕਿ ਦੋਨਾਂ ਦੀ ਸੋਚ ਤੇ ਕੰਮਾਂ 'ਚ ਕਿੰਨੀ ਸਮਾਨਤਾ ਹੈ। ਤੁਹਾਡਾ ਦੋਸਤ ਇਹਨਾਂ ਖੇਤਰਾਂ 'ਚ ਆਪਣੇ ਬੌਸ ਦੀ ਨਕਲ ਕਰ ਸਕਦਾ ਹੈ। ਭਾਸ਼ਾ ਤੇ ਸ਼ਬਦਾਂ ਦੀ ਚੋਣ, ਸਿਗਰਟ ਪੀਣ ਦਾ ਢੰਗ, ਚਿਹਰੇ ਦੇ ਕੁਝ ਭਾਵ ਤੇ ਆਦਤਾਂ, ਕੱਪੜਿਆਂ ਦੀ ਚੋਣ ਤੇ ਕਾਰ ਦਾ ਸਿਲੈਕਸ਼ਨ। ਇਹਦੇ ਇਲਾਵਾ ਹੋਰ ਵੀ ਬਹੁਤ ਸਾਰੇ ਖੇਤਰਾਂ 'ਚ ਸਮਾਨਤਾ ਦਿਖਾਈ ਦੇ ਸਕਦੀ ਹੈ। ਨਕਲ ਦੀ ਸ਼ਕਤੀ ਨੂੰ ਦੇਖਣ ਦਾ ਇੱਕ ਹੋਰ ਢੰਗ ਵਰਕਰਾਂ ਦੇ ਰਵੱਈਏ ਤੇ ਬੌਸ ਦੇ ਰਵੱਈਏ ਦੀ ਤੁਲਨਾ ਕਰਨ ਦਾ ਹੈ। ਜੇ ਬੌਸ ਨਰਵਸ, ਤਣਾਵਗ੍ਰਸਤ, ਚਿੰਤਿਤ ਹੋਏਗਾ ਤਾਂ ਉਹਦੇ ਨਜ਼ਦੀਕੀ ਸਹਿਯੋਗੀ ਵੀ ਇਹੋ ਜਿਹੇ ਹੋਣਗੇ। ਪਰ ਜਦੋਂ ਮਿਸਟਰ ਬੌਸ ਸਫਲਤਾ ਮਹਿਸੂਸ ਕਰਦੇ ਆ, ਚੰਗਾ ਮਹਿਸੂਸ ਕਰਦੇ ਆ ਤਾਂ ਉਹਨਾਂ ਦੇ ਵਰਕਰ ਵੀ ਸਫਲਤਾ ਤੇ ਚੰਗਾ ਮਹਿਸੂਸ ਕਰਦੇ ਆ। ਇਸ ਨਾਲ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਕੰਮ ਬਾਰੇ ਜਿਸ ਤਰ੍ਹਾਂ ਸੋਚਦੇ ਹਾਂ ਉਸ ਨਾਲ ਇਹ ਤੈਅ ਹੁੰਦਾ ਹੈ ਕਿ ਸਾਡੇ ਹੇਠਲੇ ਆਪਣੇ ਕੰਮ ਬਾਰੇ ਕਿਸ ਤਰ੍ਹਾਂ ਸੋਚਣਗੇ। ਸਾਡੇ ਹੇਠਲਿਆਂ ਦਾ ਕੰਮ ਬਾਰੇ ਜਿਹੜਾ ਵੀ ਰਵੱਈਆ ਹੁੰਦਾ ਹੈ ਉਹ ਕੰਮ ਦੇ ਬਾਰੇ ਸਾਡੇ ਆਪਣੇ ਰਵੱਈਏ ਦਾ ਪਰਛਾਵਾਂ ਹੁੰਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸਾਡੇ ਚੰਗੇ ਮਾੜੇ ਰਵੱਈਏ ਦਾ ਅਸਰ ਸਾਡੇ ਹੇਠਲਿਆਂ ਦੇ ਰਵੱਈਏ ਤੇ ਵੀ ਪੈਂਦਾ ਹੈ, ਜਿਵੇਂ ਕਿ ਕਿਸੇ ਬੱਚੇ ਉੱਤੇ ਉਹਦੇ ਮਾਪਿਓ ਦੇ ਰਵੱਈਏ ਦਾ ਅਸਰ। ਸਫਲ ਲੋਕਾਂ ਦੇ ਕੇਵਲ ਇੱਕ ਗੁਣ ਤੇ ਧਿਆਨ ਕੇਂਦਰਿਤ ਕਰੋ, ਉਤਸ਼ਾਹ। ਕਦੇ ਤੁਸੀਂ ਵੇਖਿਆ ਡਿਪਾਰਟਮੈਂਟ ਦੇ ਉਤਸ਼ਾਹੀ ਸੇਲਸਮੈਨ ਨੇ ਤੁਹਾਨੂੰ ਯਾਨੀ ਕਿ ਗਾਹਕ ਨੂੰ ਕਿਸੇ ਸਮਾਨ ਬਾਰੇ ਜ਼ਿਆਦਾ ਰੋਮਾਂਚਿਤ ਕਰਤਾ ਹੋਵੇ? ਕਦੇ ਤੁਸੀਂ ਗੌਰ ਕੀਤਾ ਕਿ ਤੁਸੀਂ ਉਤਸ਼ਾਹੀ ਧਰਮ ਪ੍ਰਚਾਰਕ ਜੋ ਵਕਤਾ ਨੇ ਆਪਣੇ ਸਰੋਤਿਆਂ ਨੂੰ ਉਤਸ਼ਾਹੀ ਤੇ ਸੁਚੇਤ ਬਣਾ ਦਿੱਤਾ ਹੋਵੇ? ਜੇਕਰ ਤੁਹਾਡੇ 'ਚ ਉਤਸ਼ਾਹ ਹੋਏਗਾ ਤਾਂ ਤੁਹਾਡੇ ਆਲੇ ਦੁਆਲੇ ਦੇ ਲੋਕਾਂ 'ਚ ਵੀ ਉਤਸ਼ਾਹ ਹੋਏਗਾ। ਪਰ ਤੁਸੀਂ ਆਪਣੇ ਅੰਦਰ ਉਤਸ਼ਾਹ ਕਿਸ ਤਰ੍ਹਾਂ ਭਰ ਸਕਦੇ ਹੋ? ਬੁਨਿਆਦੀ ਕਦਮ ਆਸਾਨ ਹਨ। ਉਤਸ਼ਾਹਪੂਰਵਕ ਸੋਚੋ, ਹਮੇਸ਼ਾ ਆਸਵੰਦ ਪ੍ਰਗਤੀਸ਼ੀਲ ਵਿਚਾਰ ਰੱਖੋ। ਇਹ ਬਹੁਤ ਵਧੀਆ ਕੰਮ ਹੈ ਤੇ ਮੈਂ ਇਹ ਕੰਮ ਕਰ ਸਕਦਾ। ਤੁਸੀਂ ਜਿਹੋ ਜਿਹਾ ਸੋਚਦੇ ਹੋ ਤੁਸੀਂ ਉਸੇ ਵਰਗੇ ਹੁੰਦੇ ਹੋ। ਉਤਸ਼ਾਹ ਦੇ ਬਾਰੇ ਸੋਚੋ ਤੇ ਤੁਸੀਂ ਉਤਸ਼ਾਹੀ ਬਣ ਜਾਓਗੇ। ਆਪਣੇ ਹੇਠਲਿਆਂ ਤੋਂ ਚੰਗੀ ਕੁਆਲਿਟੀ ਦਾ ਕੰਮ ਕਰਾਉਣ ਲਈ ਤੁਹਾਨੂੰ ਉਸ ਕੰਮ ਦੇ ਬਾਰੇ ਉਤਸ਼ਾਹੀ ਹੋਣਾ ਪਏਗਾ। ਦੂਜੇ ਵੀ ਤੁਹਾਡੇ ਉਤਸ਼ਾਹ ਨੂੰ ਵੇਖ ਕੇ ਉਤਸ਼ਾਹਿਤ ਹੋ ਜਾਣਗੇ ਤੇ ਤੁਹਾਡਾ ਕੰਮ ਵੀ ਵਧੀਆ ਢੰਗ ਨਾਲ ਹੋ ਜਾਏਗਾ। ਪਰ ਜੇਕਰ ਤੁਸੀਂ ਨਕਾਰਾਤਮਕ ਰੂਪ
ਤੋਂ ਆਪਣੀ ਕੰਪਨੀ ਨੂੰ ਖਰਚ, ਸਪਲਾਈ, ਸਮੇਂ ਤੇ ਦੂਜੇ ਛੋਟੇ-ਛੋਟੇ ਤਰੀਕਿਆਂ ਨਾਲ ਧੋਖਾ ਦਿੰਦੇ ਹੋ ਤਾਂ ਤੁਸੀਂ ਆਪਣੇ ਹੇਠਲਿਆਂ ਤੋਂ ਕੀ ਆਸ ਕਰ ਸਕਦੇ ਹੋ? ਜੇਕਰ ਤੁਸੀਂ ਦੇਰ ਨਾਲ ਆਫਿਸ ਆਓਗੇ ਤੇ ਛੇਤੀ ਚਲੇ ਜਾਓਗੇ ਤਾਂ ਤੁਸੀਂ ਆਪਣੇ ਵਰਕਰਾਂ ਤੋਂ ਕੀ ਆਸ ਰੱਖੋਗੇ? ਸਾਨੂੰ ਆਪਣੇ ਕੰਮ ਬਾਰੇ ਠੀਕ ਰਵੱਈਆ ਇਸ ਕਰਕੇ ਵੀ ਰੱਖਣਾ ਚਾਹੀਦਾ ਹੈ ਕਿ ਸਾਡੇ ਹੇਠਲੇ ਆਪਣੇ ਕੰਮ ਬਾਰੇ ਠੀਕ ਰਵੱਈਆ ਰੱਖ ਸਕਣ। ਸਾਡੇ ਸੁਪੀਰੀਅਰ ਸਾਡੇ ਕੰਮ ਦੀ ਕੁਆਲਿਟੀ ਤੇ ਕੁਆਂਟੀਟੀ ਦਾ ਮੁਲਾਂਕਣ ਕਰਦੇ ਸਮੇਂ ਉਸੇ ਦਾ ਮੁਲਾਂਕਣ ਕਰਦੇ ਆ ਜਿਹੜਾ ਸਾਡੇ ਹੇਠਲਿਆਂ ਨੇ ਕੀਤਾ ਹੈ। ਇਹਨੂੰ ਇਸ ਤਰ੍ਹਾਂ ਦੇਖੋ, ਤੁਸੀਂ ਕਿਸ ਨੂੰ ਡਿਵੀਜ਼ਨਲ ਸੇਲਸ ਮੈਨੇਜਰ ਦਾ ਪ੍ਰਮੋਸ਼ਨ ਦਿਓਗੇ? ਉਸ ਬ੍ਰਾਂਚ ਸੇਲਸ ਮੈਨੇਜਰ ਨੂੰ ਜਿਹਦੇ ਸੇਲਸਮੈਨ ਵਧੀਆ ਕੰਮ ਕਰ ਰਹੇ ਆ, ਜਾਂ ਉਸ ਬ੍ਰਾਂਚ ਮੈਨੇਜਰ ਨੂੰ ਜਿਹਦੇ ਸੇਲਸਮੈਨ ਕੇਵਲ ਔਸਤ ਪ੍ਰਦਰਸ਼ਨ ਕਰ ਰਹੇ ਆ? ਜਾਂ ਤੁਸੀਂ ਕਿਸ ਨੂੰ ਪ੍ਰੋਡਕਸ਼ਨ ਮੈਨੇਜਰ ਦੇ ਅਹੁਦੇ ਤੇ ਪ੍ਰਮੋਸ਼ਨ ਦਿਓਗੇ? ਉਸ ਸੁਪਰਵਾਈਜ਼ਰ ਨੂੰ ਜਿਹੜਾ ਆਪਣੇ ਉਤਪਾਦਨ ਦੇ ਨਿਸ਼ਾਨੇ ਨੂੰ ਪੂਰਾ ਕਰ ਲੈਂਦਾ ਹੈ, ਜਾਂ ਉਸ ਸੁਪਰਵਾਈਜ਼ਰ ਨੂੰ ਜਿਹਦਾ ਡਿਪਾਰਟਮੈਂਟ ਨਿਸ਼ਾਨੇ ਤੋਂ ਕਾਫੀ ਪਿੱਛੇ ਰਹਿੰਦਾ ਹੈ? ਇੱਥੇ 2 ਸੁਝਾਅ ਦਿੱਤੇ ਜਾ ਰਹੇ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਦੂਜਿਆਂ ਤੋਂ ਚੰਗਾ ਤੇ ਹੋਰ ਜ਼ਿਆਦਾ ਕੰਮ ਕਰਵਾ ਸਕਦੇ ਹੋ। ਪਹਿਲਾ, ਹਮੇਸ਼ਾ ਆਪਣੇ ਕੰਮ ਦੇ ਬਾਰੇ ਸਕਾਰਾਤਮਕ ਰਵੱਈਆ ਰੱਖੋ ਤਾਂ ਜੋ ਤੁਹਾਡੇ ਹੇਠਲੇ ਵੀ ਸਿੱਖ ਲੈਣ ਕਿ ਕੰਮ ਦੇ ਬਾਰੇ ਇਸ ਤਰ੍ਹਾਂ ਸੋਚਣਾ ਚਾਹੀਦਾ। ਤੇ ਦੂਸਰਾ, ਜਦੋਂ ਤੁਸੀਂ ਹਰ ਦਿਨ ਕੰਮ ਤੇ ਜਾਓ ਤਾਂ ਆਪਣੇ ਆਪ ਨੂੰ ਪੁੱਛੋ, ਕੀ ਮੈਂ ਇਹੋ ਜਿਹਾ ਹਾਂ ਜਿਸ ਨਾਲ ਸਾਹਮਣੇ ਵਾਲਾ ਕੁਝ ਸਿੱਖਿਆ ਲੈ ਸਕੇ? ਕੀ ਮੇਰੀਆਂ ਆਦਤਾਂ ਇਹੋ ਜਿਹੀਆਂ ਹਨ ਜਿਹੜੀਆਂ ਮੈਂ ਆਪਣੇ ਹੇਠਲਿਆਂ 'ਚ ਦੇਖਣਾ ਚਾਹਾਂਗਾ? ਹਰ ਦਿਨ ਆਪਣਾ ਉਤਸ਼ਾਹ ਬਣਾਓ। ਕੁਝ ਮਹੀਨੇ ਪਹਿਲਾਂ ਇੱਕ ਆਟੋਮੋਬਾਈਲ ਸੇਲਸਮੈਨ ਨੇ ਮੈਨੂੰ ਸਫਲਤਾ ਦਿਵਾਉਣ ਵਾਲੀਆਂ ਤਕਨੀਕਾਂ ਦੇ ਬਾਰੇ ਦੱਸਿਆ। ਇਹ ਤਕਨੀਕ ਬਹੁਤ ਵਧੀਆ ਹੈ, ਇਹਨੂੰ ਪੜ੍ਹੋ। ਸਾਡੇ ਕੰਮ ਦਾ ਇੱਕ ਵੱਡਾ ਹਿੱਸਾ ਹੈ ਟੈਲੀਫੋਨ ਕਰਨਾ। ਸੇਲਸਮੈਨ ਨੇ ਦੱਸਿਆ ਕਿ ਜਿਸ 'ਚ ਅਸੀਂ 2 ਘੰਟੇ ਤਾਈਂ ਆਪਣੇ ਸੰਭਾਵਿਤ ਗ੍ਰਾਹਕਾਂ ਨਾਲ ਫੋਨ ਕਰਕੇ ਡੈਮੋਨਸਟ੍ਰੇਸ਼ਨ ਲਈ ਮੁਲਾਕਾਤ ਲਈ ਸਮਾਂ ਲੈਂਦੇ ਹਾਂ। ਜਦੋਂ ਮੈਂ 3 ਸਾਲ ਪਹਿਲਾਂ ਕਾਰ ਵੇਚਣਾ ਸ਼ੁਰੂ ਕੀਤਾ ਤਾਂ ਮੈਨੂੰ ਇੱਥੇ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਸੀ। ਮੈਂ ਸ਼ਰਮੀਲਾ ਤੇ ਡਰਿਆ ਹੋਇਆ ਰਹਿੰਦਾ। ਮੈਂ ਜਾਣਦਾ ਸੀ ਕਿ ਮੇਰੀ ਆਵਾਜ਼ ਫੋਨ ਤੇ ਕਿਸ ਤਰ੍ਹਾਂ ਸੁਣਾਈ ਦਿੰਦੀ ਹੋਏਗੀ। ਸਾਹਮਣੇ ਵਾਲੇ ਬੰਦੇ ਲਈ ਇਹ ਬੋਲਣਾ ਸੁਭਾਵਿਕ ਹੀ ਹੁੰਦਾ, ਸੌਰੀ ਮੇਰੀ ਇਸ 'ਚ ਕੋਈ ਦਿਲਚਸਪੀ ਨਹੀਂ ਹੈ। ਇਹ ਤੋਂ ਬਾਅਦ ਉਹ ਫੋਨ ਕੱਟ ਦਿੰਦਾ ਸੀ। ਹਰ ਸੋਮਵਾਰ ਦੀ ਸਵੇਰ ਨੂੰ ਸਾਡੇ ਸੇਲਸ ਮੈਨੇਜਰ ਇੱਕ ਸੇਲਸ ਮੀਟਿੰਗ ਲੈਂਦੇ ਸੀ। ਇਹ ਮੀਟਿੰਗ ਬਹੁਤ ਪ੍ਰੇਰਨਾਦਾਇਕ ਹੋਇਆ ਕਰਦੀ ਸੀ। ਇਸ ਨਾਲ ਮੈਨੂੰ ਕਾਫੀ ਪ੍ਰੇਰਨਾ ਮਿਲਦੀ। ਇਹਦਾ ਨਤੀਜਾ ਇਹ ਹੁੰਦਾ ਕਿ ਸੋਮਵਾਰ ਨੂੰ ਮੈਂ ਹਫ਼ਤੇ ਦੇ ਕਿਸੇ ਹੋਰ ਦਿਨ ਦੇ ਮੁਕਾਬਲੇ ਜ਼ਿਆਦਾ ਡੈਮੋਨਸਟ੍ਰੇਸ਼ਨ ਹਾਸਲ ਕਰਨ 'ਚ ਸਫਲ ਹੁੰਦਾ। ਪਰ ਸਮੱਸਿਆ ਇਹ ਸੀ ਕਿ ਸੋਮਵਾਰ ਦੀ ਮੇਰੀ ਪ੍ਰੇਰਨਾ ਮੰਗਲਵਾਰ ਤਾਈਂ ਖਤਮ ਹੋ ਜਾਂਦੀ। ਬਾਕੀ ਹਫ਼ਤੇ ਮੇਰਾ ਪ੍ਰਦਰਸ਼ਨ ਇੱਕ ਵਾਰੀ ਫੇਰ ਨਿਰਾਸ਼ਾਜਨਕ ਹੋਇਆ ਕਰਦਾ ਸੀ। ਤਦ ਮੇਰੇ ਦਿਮਾਗ ਅੰਦਰ ਇੱਕ ਵਿਚਾਰ ਆਇਆ, ਜੇ ਮੇਰਾ ਸੇਲਸ ਮੈਨੇਜਰ ਮੈਨੂੰ ਪ੍ਰੇਰਿਤ ਕਰ ਸਕਦਾ ਤੇ ਮੈਂ ਆਪਣੇ ਆਪ ਨੂੰ ਕਿਉਂ ਨਹੀਂ ਪ੍ਰੇਰਿਤ ਕਰ ਸਕਦਾ? ਕਿਉਂ ਨਾ ਮੈਂ ਫੋਨ ਕਾਲ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਪ੍ਰੇਰਕ ਭਾਸ਼ਣ ਦਿਆਂ। ਉਸ ਦਿਨ ਮੈਂ ਨਿਰਣਾ ਲਿਆ ਕਿ ਮੈਂ ਕੋਸ਼ਿਸ਼ ਕਰਕੇ ਵੇਖਾਂਗਾ। ਕਿਸੇ ਨੂੰ ਦੱਸੇ ਬਗੈਰ ਮੈਂ ਖਾਲੀ ਮੈਦਾਨ 'ਚ ਗਿਆ, ਖਾਲੀ ਕਾਰ 'ਚ ਬੈਠ ਗਿਆ। ਕੁਝ ਦੇਰ ਬੈਠ ਕੇ ਮੈਂ ਆਪਣੇ ਆਪ ਨਾਲ ਗੱਲਾਂ ਕੀਤੀਆਂ। ਮੈਂ ਆਪਣੇ ਆਪ ਨੂੰ ਦੱਸਿਆ, ਮੈਂ ਇੱਕ ਚੰਗਾ ਕਾਰ ਸੇਲਸਮੈਨ ਹਾਂ, ਸਰਵਸ਼੍ਰੇਸ਼ਠ ਸੇਲਸਮੈਨ ਬਣਨ ਜਾ ਰਿਹਾ। ਮੈਂ ਚੰਗੀਆਂ ਕਾਰਾਂ ਵੇਚਦਾ, ਮੇਰਾ ਬਿਜ਼ਨਸ ਚੰਗਾ ਚੱਲ ਰਿਹਾ। ਜਿਨ੍ਹਾਂ ਲੋਕਾਂ ਨੂੰ ਮੈਂ ਫੋਨ ਕਰ ਰਿਹਾ ਉਹਨਾਂ ਨੂੰ ਇਹਨਾਂ ਕਾਰਾਂ ਦੀ ਲੋੜ ਹੈ ਤੇ ਮੈਂ ਉਹਨਾਂ ਨੂੰ ਵੇਚਣ ਜਾ ਰਿਹਾ। ਸ਼ੁਰੂ ਤੋਂ ਹੀ ਇਹ ਆਤਮ ਪ੍ਰੇਰਕ ਤਕਨੀਕ ਸਫਲ ਹੋਈ। ਮੈਨੂੰ ਇੰਨਾ ਚੰਗਾ ਲੱਗਿਆ, ਮੈਨੂੰ ਫੋਨ ਕਰਨ 'ਚ ਜ਼ਰਾ ਵੀ ਝਿਜਕ ਨਹੀਂ ਹੋਈ। ਮੈਂ ਫੋਨ ਕਰਨ ਲਈ ਉਤਸੁਕ ਹੋਣ ਲੱਗਾ। ਅੱਜ ਕੱਲ੍ਹ ਮੈਂ ਖਾਲੀ ਪਲਾਟ 'ਚ ਖਾਲੀ ਕਾਰ ਅੰਦਰ ਬੈਠ ਕੇ ਆਪਣੇ ਆਪ ਨੂੰ ਪ੍ਰੇਰਨਾ ਨਹੀਂ ਦਿੰਦਾ। ਹੁਣ ਮੈਂ ਇਸ ਤਕਨੀਕ ਦਾ ਇਸਤੇਮਾਲ ਕਰਦਾ। ਕਿਸੇ ਵੀ ਨੰਬਰ ਨੂੰ ਡਾਇਲ ਕਰਨ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਇੱਕ ਵਧੀਆ ਸੇਲਸਮੈਨ ਆ। ਇਹ ਬਹੁਤ ਸ਼ਾਨਦਾਰ ਵਿਚਾਰ ਹੈ ਕਿ ਨਹੀਂ? ਸਫਲਤਾ ਦੇ ਸਿਖਰ ਤੇ ਪੁੱਜ ਕੇ ਤੁਹਾਨੂੰ ਇਹ ਅਨੁਭਵ ਕਰਨਾ ਪਏਗਾ ਕਿ ਤੁਸੀਂ ਸਫਲਤਾ ਦੀ ਸਿਖਰ ਤੇ ਹੋ। ਆਪਣੇ ਆਪ ਨਾਲ ਪ੍ਰੇਰਕ ਚਰਚਾ ਕਰੋ, ਜਾਣੋ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿੰਨੇ ਵੱਡੇ ਤੇ ਵਿਸ਼ਵਾਸਪੂਰਨ ਬਣ ਸਕਦੇ ਹੋ। ਹਾਲ ਹੀ ਵਿੱਚ ਮੈਂ ਇੱਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ। ਇਸ 'ਚ ਹਰ ਬੰਦੇ ਨੂੰ 10 ਮਿੰਟ ਤੱਕ ਲੀਡਰ ਬਣਨ ਦੇ ਵਿਸ਼ੇ ਤੇ ਬੋਲਣਾ ਸੀ। ਇੱਕ ਟ੍ਰੇਨੀ ਨੇ ਬਹੁਤ ਬੁਰਾ ਪ੍ਰਦਰਸ਼ਨ ਕੀਤਾ। ਉਹਦੇ ਗੋਡੇ ਕੰਬ ਰਹੇ ਸੀ, ਹੱਥ ਥਰ-ਥਰ ਆ ਰਹੇ ਸੀ। ਉਹ ਭੁੱਲ ਹੀ ਗਿਆ ਵੀ ਉਹ ਕੀ ਕਹਿਣ ਵਾਲਾ ਸੀ। 5 ਜਾਂ 6 ਮਿੰਟ ਤੱਕ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਅਸਫਲ ਹੋ ਕੇ ਬੈਠ ਗਿਆ। ਸਤਰ ਤੋਂ ਬਾਅਦ ਮੈਂ ਉਹਨੂੰ ਕੇਵਲ ਇੰਨਾ ਹੀ ਕਿਹਾ ਕਿ ਉਹ ਅਗਲੇ ਸਤਰ ਸ਼ੁਰੂ ਹੋਣ ਤੋਂ ਪਹਿਲਾਂ 15 ਮਿੰਟ ਪਹਿਲਾਂ ਇੱਥੇ ਆ ਜਾਏ। ਉਹ ਵਾਅਦੇ ਮੁਤਾਬਕ ਅਗਲੇ ਸਤਰ ਤੋਂ 15 ਮਿੰਟ ਪਹਿਲਾਂ ਹੀ ਉੱਥੇ ਆ ਗਿਆ। ਅਸੀਂ ਦੋਵੇਂ ਪਿਛਲੇ ਰਾਤ ਉਹਨੂੰ ਹੋਏ ਬੁਰੇ ਤਜਰਬੇ ਬਾਰੇ ਗੱਲਾਂ ਕਰਨ ਲੱਗੇ। ਮੈਨੂੰ ਪੁੱਛਿਆ ਭਾਸ਼ਣ ਦੇਣ ਤੋਂ 5 ਮਿੰਟ ਪਹਿਲਾਂ ਉਹਦੇ ਦਿਮਾਗ 'ਚ ਕਿਸ ਤਰ੍ਹਾਂ ਦੇ ਖਿਆਲ ਆਏ। ਮੈਂ ਬਹੁਤ ਡਰਿਆ ਹੋਇਆ ਸੀ। ਮੈਂ ਜਾਣਦਾ ਸੀ ਮੈਂ ਦੂਜਿਆਂ ਦੇ ਸਾਹਮਣੇ ਆਪਣੇ ਆਪ ਨੂੰ ਮੂਰਖ ਸਾਬਤ ਕਰ ਦਿਆਂਗਾ। ਮੈਂ ਜਾਣਦਾ ਸੀ ਕਿ ਮੈਂ ਫਲॉप ਹੋਣ ਵਾਲਾ। ਮੈਂ ਸੋਚਦਾ ਜਾ ਰਿਹਾ ਸੀ ਲੀਡਰ ਬਣਨ ਦੇ ਬਾਰੇ ਮੈਂ ਕੀ ਬੋਲ ਸਕਦਾ। ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕੀ ਬੋਲਣ ਵਾਲਾ, ਪਰ ਮੈਨੂੰ ਅਸਫਲ ਹੋਣ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਸੀ ਸੁੱਝ ਰਹੀ।
ਇਹੀ ਤੇ ਮੈਂ ਵਿਚਕਾਰ ਹੀ ਬੋਲਿਆ, ਇਹੀ ਤਾਂ ਤੁਹਾਡੀ ਸਮੱਸਿਆ ਦੀ ਜੜ ਹੈ। ਬੋਲਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਹਰਾ ਦਿੱਤਾ। ਤੁਸੀਂ ਆਪਣੇ ਆਪ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਅਸਫਲ ਹੋਣ ਵਾਲੇ ਹੋ। ਫਿਰ ਇਸ 'ਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਤੁਸੀਂ ਅਸਫਲ ਹੋ ਗਏ। ਹਿੰਮਤ ਵਧਾਉਣ ਦੀ ਥਾਂ ਤੁਸੀਂ ਡਰ ਵਧਾਉਣ ਦੇ ਵਿਕਲਪ ਨੂੰ ਚੁਣਿਆ। ਹੁਣ ਇਸ ਸ਼ਾਮ ਦੇ ਸਤਰ ਤੇ ਸ਼ੁਰੂ ਹੋਣ ਵਿੱਚ ਕੇਵਲ 4 ਮਿੰਟ ਬਚੇ ਹੈ। ਮੈਂ ਉਹਨੂੰ ਕਿਹਾ, ਮੈਂ ਚਾਹੁੰਦਾ ਕਿ ਹੁਣ ਤੁਸੀਂ ਇੰਜ ਕਰੋ, ਅਗਲੇ ਕੁਝ ਮਿੰਟਾਂ ਤਾਈਂ ਤੁਸੀਂ ਆਪਣੇ ਆਪ ਨਾਲ ਪ੍ਰੇਰਨਾ ਭਰੀਆਂ ਗੱਲਾਂ ਕਰੋ। ਹਾਲ ਦੇ ਬਾਹਰ ਉਸ ਖਾਲੀ ਕਮਰੇ 'ਚ ਚਲੇ ਜਾਓ। ਆਪਣੇ ਆਪ ਨੂੰ ਕਹੋ, ਮੈਂ ਬਹੁਤ ਵਧੀਆ ਭਾਸ਼ਣ ਦੇਣ ਜਾ ਰਿਹਾ। ਮੈਂ ਆਪਣੀ ਗੱਲ ਸੱਚੇ ਦਿਲ ਨਾਲ ਕਰਾਂਗਾ। ਲੋਕ ਪੂਰਾ ਮਨ ਲਾ ਕੇ ਸੁਣਨਗੇ। ਮੈਂ ਉਵੇਂ ਹੀ ਕਹਾਂਗਾ। ਇਹਨਾਂ ਸ਼ਬਦਾਂ ਨੂੰ ਬਾਰ-ਬਾਰ ਦੁਹਰਾਉਂਦੇ ਰਹੋ ਤੇ ਪੂਰੇ ਵਿਸ਼ਵਾਸ ਨਾਲ ਇਸ ਤਰ੍ਹਾਂ ਕਰੋ। ਫਿਰ ਤੁਸੀਂ ਹਾਲ 'ਚ ਆਉਣਾ ਤੇ ਆਪਣਾ ਭਾਸ਼ਣ ਸ਼ੁਰੂ ਕਰ ਦੇਣਾ। ਕਾਸ਼ ਕਿ ਤੁਸੀਂ ਉੱਥੇ ਹੁੰਦੇ ਤੇ ਦੋਵੇਂ ਭਾਸ਼ਣਾਂ ਦਾ ਫਰਕ ਸੁਣ ਸਕਦੇ। ਉਸ ਨਿੱਕੀ ਜਿਹੀ ਆਪਣੇ ਆਪ ਨੂੰ ਦਿੱਤੀ ਗਈ ਪ੍ਰੇਰਨਾਦਾਇਕ ਚਰਚਾ ਦਾ ਅਸਰ ਇਹ ਹੋਇਆ ਕਿ ਉਹ ਬਹੁਤ ਵਧੀਆ ਭਾਸ਼ਣ ਦੇਣ 'ਚ ਸਫਲ ਹੋਇਆ। ਸੰਦੇਸ਼ ਕੀ ਹੈ? ਸੰਦੇਸ਼ ਪ੍ਰੇਰਨਾਦਾਇਕ ਸਵੈ ਪ੍ਰਸ਼ੰਸਾ ਦਾ ਅਭਿਆਸ ਕਰੋ। ਸਵੈ ਨਿੰਦਾ ਦੇ ਸ਼ਬਦਾਂ ਨਾਲ ਆਪਣੇ ਆਪ ਨੂੰ ਛੋਟਾ ਨਾ ਬਣਾਓ। ਤੁਸੀਂ ਇਸ ਤਰ੍ਹਾਂ ਸੋਚਦੇ ਹੋ, ਉਸੇ ਤਰ੍ਹਾਂ ਦੇ ਹੁੰਦੇ ਜਾਂਦੇ ਹੋ। ਆਪਣੇ ਬਾਰੇ ਵੱਡੀਆਂ ਗੱਲਾਂ ਸੋਚੋ, ਤੁਸੀਂ ਸੱਚਮੁੱਚ ਵੱਡੇ ਬਣ ਜਾਓਗੇ। ਆਪਣੇ ਆਪ ਨੂੰ ਆਪਣੇ ਹੱਥੀਂ ਵੇਚਣ ਦਾ ਵਿਗਿਆਪਨ ਬਣਾਓ। 1 ਮਿੰਟ ਲਈ ਅਮਰੀਕਾ ਦੇ ਬੜੇ ਮਸ਼ਹੂਰ ਬ੍ਰਾਂਡ ਕੋਕਾ ਕੋਲਾ ਦੇ ਬਾਰੇ ਸੋਚੋ। ਹਰ ਦਿਨ ਤੁਹਾਡੀਆਂ ਅੱਖਾਂ ਜਾਂ ਕੰਨਾਂ 'ਚ ਕਈ ਵਾਰ ਕੋਕ ਵਿਖਾਈ ਜਾਂ ਸੁਣਾਈ ਦੇ ਜਾਂਦਾ ਹੈ। ਜਿਹੜੇ ਲੋਕ ਕੋਕਾ ਕੋਲਾ ਬਣਾਉਂਦੇ ਉਹ ਤੁਹਾਨੂੰ ਲਗਾਤਾਰ ਕੋਕ ਵੇਚਦੇ ਆ। ਇਹਦੇ ਪਿੱਛੇ ਇੱਕ ਛੋਟਾ ਕਾਰਨ ਹੁੰਦਾ ਹੈ। ਜੇ ਉਹ ਤੁਹਾਨੂੰ ਲਗਾਤਾਰ ਕੋਕ ਨਹੀਂ ਵੇਚਣਗੇ, ਹੋ ਸਕਦਾ ਕੋਕ 'ਚ ਤੁਹਾਡੀ ਦਿਲਚਸਪੀ ਘੱਟ ਹੋ ਜਾਏ ਤੇ ਇੱਕ ਦਿਨ ਇਹ ਪੂਰੀ ਤਰ੍ਹਾਂ ਖਤਮ ਹੋ ਜਾਏ। ਇਸ ਨਾਲ ਉਹਨਾਂ ਦੀ ਵਿਕਰੀ ਘਟ ਜਾਏਗੀ। ਪਰ ਕੋਕਾ ਕੋਲਾ ਕੰਪਨੀ ਇਸ ਤਰ੍ਹਾਂ ਨਹੀਂ ਹੋਣ ਦਿੰਦੀ। ਉਹ ਤੁਹਾਨੂੰ ਬਹੁਤ ਵਾਰ ਸਮਾਨ ਵੇਚਦੇ ਆ, ਵਾਰ ਵੇਚਦੇ ਆ। ਹਰ ਦਿਨ ਅਸੀਂ ਲੋਕ ਇਹੋ ਜਿਹੇ ਅੱਧ ਜਿਉਂਦੇ ਅੱਧ ਮੋਏ ਲੋਕਾਂ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਹੱਥਾਂ 'ਚ ਨਹੀਂ ਵੇਚਿਆ। ਉਹਨਾਂ 'ਚ ਸਭ ਤੋਂ ਮਹੱਤਵਪੂਰਨ ਸਮਾਨ ਯਾਨੀ ਆਪਣੇ ਆਪ ਲਈ ਕੋਈ ਆਤਮ ਸਨਮਾਨ ਨਹੀਂ ਹੈ। ਇਹ ਲੋਕ ਨੀਰਸ ਹਨ, ਆਪਣੇ ਆਪ ਨੂੰ ਛੋਟਾ ਸਮਝਦੇ ਆ। ਉਹਨਾਂ ਨੂੰ ਲੱਗਦਾ ਹੈ ਉਹਨਾਂ ਦੀ ਕੋਈ ਹਸਤੀ ਨਹੀਂ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ। ਇਸ ਲਈ ਸੱਚਮੁੱਚ ਇਸੇ ਤਰ੍ਹਾਂ ਹੁੰਦਾ ਹੈ। ਅੱਧੇ ਜਿਉਂਦੇ ਅੱਧੇ ਮੁਰਦੇ ਬੰਦੇ ਨੂੰ ਇਸ ਗੱਲ ਦੀ ਲੋੜ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਹੱਥਾਂ 'ਚ ਵੇਚ ਦੇਵੇ। ਉਹਨੂੰ ਮਹਿਸੂਸ ਕਰਨਾ ਹੋਏਗਾ ਕਿ ਉਹ ਫਸਟ ਕਲਾਸ ਬੰਦਾ ਹੈ। ਉਹਨੂੰ ਆਪਣੇ ਆਪ ਤੇ ਸੱਚਾ ਪੂਰਾ ਵਿਸ਼ਵਾਸ ਕਰਨਾ ਪਏਗਾ। ਟਾਮ ਸਟੈਲੀ ਇੱਕ ਨੌਜਵਾਨ ਹੈ ਜਿਹੜਾ ਤੇਜ਼ੀ ਨਾਲ ਸਫਲਤਾ ਦੀ ਰਾਹ ਤੇ ਵੱਧਦਾ ਜਾ ਰਿਹਾ ਹੈ। ਟਾਮ ਦਿਨ 'ਚ 3 ਵਾਰੀ ਆਪਣੇ ਆਪ ਨੂੰ ਆਪਣੇ ਹੱਥਾਂ 'ਚ ਵੇਚਦਾ ਹੈ। ਉਹ ਇਸ ਤਰ੍ਹਾਂ ਟਾਮ ਸਟੈਲੀ ਦੇ 60 ਸੈਕਿੰਡ ਦੇ ਵਿਗਿਆਪਨ ਦੇ ਜ਼ਰੀਏ ਕਰਦਾ ਹੈ। ਉਹ ਆਪਣੇ ਵਿਗਿਆਪਨ ਨੂੰ ਹਮੇਸ਼ਾ ਆਪਣੇ ਪਰਸ ਅੰਦਰ ਰੱਖਦਾ ਹੈ। ਇਸ ਵਿਗਿਆਪਨ 'ਚ ਉਹਨੇ ਲਿਖਿਆ ਹੈ, ਟਾਮ ਸਟੈਲੀ ਨੂੰ ਮਿਲੋ, ਇੱਕ ਮਹੱਤਵਪੂਰਨ, ਸੱਚਮੁੱਚ ਮਹੱਤਵਪੂਰਨ ਬੰਦਾ। ਟਾਮ, ਤੁਸੀਂ ਇੱਕ ਵੱਡੇ ਚਿੰਤਕ ਹੋ। ਇਸ ਵਾਸਤੇ ਤੁਸੀਂ ਵੱਡਾ ਸੋਚੋ, ਹਰ ਚੀਜ਼ ਦੇ ਬਾਰੇ ਵੱਡਾ ਸੋਚੋ। ਤੁਹਾਡੇ 'ਚ ਕੰਮ ਕਰਨ ਦੀ ਬਹੁਤ ਕਾਬਲੀਅਤ ਹੈ, ਇਸ ਲਈ ਹਮੇਸ਼ਾ ਵਧੀਆ ਕੰਮ ਕਰੋ। ਟਾਮ, ਤੁਸੀਂ ਸੁੱਖ, ਤਰੱਕੀ ਤੇ ਅਮੀਰੀ ਤੇ ਭਰੋਸਾ ਕਰਦੇ ਹੋ, ਇਸ ਲਈ ਸਿਰਫ ਸੁੱਖਾਂ ਦੇ ਬਾਰੇ ਬੋਲੋ। ਸਿਰਫ ਉੱਨਤੀ ਦੀ ਗੱਲ ਕਰੋ, ਸਿਰਫ ਅਮੀਰੀ ਦੀਆਂ ਗੱਲਾਂ ਕਰੋ। ਤੁਹਾਡੇ ਅੰਦਰ ਬਹੁਤ ਸਮਰਥਾਵਾਂ ਹਨ। ਟਾਮ, ਤੁਹਾਡੇ 'ਚ ਬਹੁਤ ਸਮਰਥਾਵਾਂ ਹਨ, ਇਸ ਲਈ ਤੁਸੀਂ ਆਪਣੀਆਂ ਸਮਰਥਾਵਾਂ ਦਾ ਇਸਤੇਮਾਲ ਆਪਣੀ ਨੌਕਰੀ 'ਚ ਕਰੋ। ਤੁਹਾਨੂੰ ਕੋਈ ਵੀ ਚੀਜ਼ ਸਫਲ ਹੋਣ ਤੋਂ ਰੋਕ ਨਹੀਂ ਸਕਦੀ। ਟਾਮ, ਕੋਈ ਵੀ ਚੀਜ਼। ਟਾਮ, ਤੁਸੀਂ ਉਤਸ਼ਾਹੀ ਹੋ। ਆਪਣੇ ਉਤਸ਼ਾਹ ਨੂੰ ਸਾਰਿਆਂ ਦੇ ਸਾਹਮਣੇ ਦਿਸਣ ਦਿਓ। ਤੁਸੀਂ ਚੰਗੇ ਦਿਖਦੇ ਹੋ ਟਾਮ, ਤੁਸੀਂ ਚੰਗਾ ਅਨੁਭਵ ਕਰਦੇ ਹੋ। ਇਹੋ ਜਿਹੇ ਬਣੇ ਰਹੋ। ਟਾਮ ਸਟੈਲੀ, ਤੁਸੀਂ ਕੱਲ ਵੀ ਬਹੁਤ ਵਧੀਆ ਬੰਦੇ ਸੀ, ਅੱਜ ਉਹ ਤੋਂ ਵੀ ਵਧੀਆ ਬੰਦਾ ਬਣ ਕੇ ਵਿਖਾਓ। ਹੁਣ ਇਸ ਤਰ੍ਹਾਂ ਕਰਕੇ ਵਿਖਾਓ। ਟਾਮ, ਅੱਗੇ ਵਧੋ। ਟਾਮ ਮੰਨਦਾ ਹੈ ਕਿ ਇਸ ਵਿਗਿਆਪਨ ਦੀ ਸਹਾਇਤਾ ਨਾਲ ਉਹ ਇੰਨਾ ਸਫਲ ਤੇ ਮਹੱਤਵਪੂਰਨ ਬਣ ਸਕਿਆ। ਆਪਣੇ ਆਪ ਨੂੰ ਆਪਣੇ ਹੱਥਾਂ 'ਚ ਵੇਚਣ ਤੋਂ ਪਹਿਲਾਂ ਮੈਂ ਸੋਚਿਆ ਕਰਦਾ ਸੀ ਕਿ ਹਰ ਇੱਕ ਦੀ ਤੁਲਨਾ 'ਚ ਮੈਂ ਹੀਣ ਹਾਂ, ਛੋਟਾ। ਹੁਣ ਮੈਂ ਮਹਿਸੂਸ ਕਰਦਾ ਕਿ ਮੇਰੇ ਪਾਸ ਸਫਲ ਹੋਣ ਦੇ ਸਾਰੇ ਗੁਣ ਹਨ। ਮੈਂ ਸਫਲ ਹੋ ਰਿਹਾ ਤੇ ਮੈਂ ਹਮੇਸ਼ਾ ਹੀ ਸਫਲ ਹੁੰਦਾ ਰਹਾਂਗਾ। ਤੁਸੀਂ ਆਪਣੇ ਆਪ ਨੂੰ ਆਪਣੇ ਹੱਥੀਂ ਵੇਚਣ ਦਾ ਵਿਗਿਆਪਨ ਕਿਸ ਤਰ੍ਹਾਂ ਬਣਾਓ? ਪਹਿਲਾਂ ਤਾਂ ਆਪਣੇ ਗੁਣਾਂ ਨੂੰ ਚੁਣੋ। ਤੁਹਾਡੇ 'ਚ ਕਿਹੜੀਆਂ ਯੋਗਤਾਵਾਂ ਤੇ ਕਾਬਲੀਅਤਾਂ ਹਨ? ਆਪਣੇ ਆਪ ਨੂੰ ਪੁੱਛੋ, ਮੇਰੇ 'ਚ ਕੀ ਖਾਸ ਗੱਲ ਹੈ? ਆਪਣੇ ਬਾਰੇ ਵਰਣਨ ਕਰਦਿਆਂ ਜ਼ਰਾ ਜਿੰਨੀ ਵੀ ਸ਼ਰਮ ਨਾ ਕਰੋ। ਇਹਨਾਂ ਗੁਣਾਂ ਨੂੰ ਕਾਗਜ਼ ਤੇ ਆਪਣੇ ਸ਼ਬਦਾਂ 'ਚ ਲਿਖ ਲਓ। ਫਿਰ ਆਪਣੇ ਬਾਰੇ ਵਿਗਿਆਪਨ ਲਿਖੋ। ਟਾਮ ਸਟੈਲੀ ਦੇ ਵਿਗਿਆਪਨ ਨੂੰ ਇੱਕ ਵਾਰੀ ਫੇਰ ਪੜ੍ਹੋ। ਦੇਖੋ ਉਹ ਕਿਸ ਤਰ੍ਹਾਂ ਟਾਮ ਨਾਲ ਗੱਲਾਂ ਕਰਦਾ। ਆਪਣੇ ਆਪ ਨਾਲ ਗੱਲਾਂ ਕਰੋ, ਬਿਲਕੁਲ ਸਾਫ਼-ਸਾਫ਼। ਜਦੋਂ ਤੁਸੀਂ ਵਿਗਿਆਪਨ ਤਿਆਰ ਕਰੋ ਤਾਂ ਕਿਸੇ ਹੋਰ ਦੇ ਬਾਰੇ 'ਚ ਨਾ ਸੋਚੋ, ਆਪਣੇ ਆਪ ਦੇ ਬਾਰੇ ਸੋਚੋ। ਤੀਜੀ ਗੱਲ, ਤੁਸੀਂ ਦਿਨ 'ਚ ਘੱਟੋ-ਘੱਟ ਇੱਕ ਵਾਰੀ ਇਸ ਵਿਗਿਆਪਨ ਨੂੰ ਇਕੱਲੇ 'ਚ ਜ਼ੋਰ ਨਾਲ ਪੜ੍ਹੋ। ਸ਼ੀਸ਼ੇ ਦੇ ਸਾਹਮਣੇ ਪੜ੍ਹਨ ਨਾਲ ਜ਼ਿਆਦਾ ਫਾਇਦਾ ਹੋਏਗਾ। ਇਹਨੂੰ ਪੜ੍ਹਨ ਸਮੇਂ ਸਰੀਰਕ ਗਤੀਵਿਧੀਆਂ ਦੀ ਸਹਾਇਤਾ ਵੀ ਲਓ।
ਆਪਣੇ ਵਿਗਿਆਪਨ ਨੂੰ ਦ੍ਰਿੜ ਨਿਸ਼ਚੇ ਨਾਲ ਪੜ੍ਹੋ। ਇਹਨੂੰ ਪੜ੍ਹਨ ਵੇਲੇ ਤੁਹਾਡੇ ਸਰੀਰ ਦੇ ਖੂਨ ਦਾ ਪ੍ਰਵਾਹ ਤੇਜ਼ ਹੋਣ ਦਿਓ। ਇਹਨੂੰ ਜੋਸ਼ ਨਾਲ ਪੜ੍ਹੋ। ਚੌਥੀ ਗੱਲ, ਤੁਸੀਂ ਆਪਣੇ ਵਿਗਿਆਪਨ ਨੂੰ ਹਰ ਦਿਨ ਚੁੱਪ-ਚੁਪੀਤੇ ਕਈ ਵਾਰ ਪੜ੍ਹੋ। ਜਦੋਂ ਵੀ ਤੁਹਾਨੂੰ ਕਿਸੇ ਪ੍ਰਸਥਿਤੀ ਵਿੱਚ ਹਿੰਮਤ ਦੀ ਲੋੜ ਪਏ ਇਹਨੂੰ ਪੜ੍ਹੋ। ਜਦੋਂ ਵੀ ਤੁਸੀਂ ਆਪਣੇ ਆਪ ਨੂੰ ਨਿਰਾਸ਼ ਜਾਂ ਸਫਲ ਪਾਓ ਇਹਨੂੰ ਪੜ੍ਹੋ। ਆਪਣੇ ਵਿਗਿਆਪਨ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਤੇ ਇਹਦਾ ਇਸਤੇਮਾਲ ਕਰੋ। ਇੱਕ ਗੱਲ ਹੋਰ, ਬਹੁਤੇ ਲੋਕ, ਸ਼ਾਇਦ ਜ਼ਿਆਦਾਤਰ ਸਫਲ ਲੋਕ, ਸਫਲਤਾ ਦੀ ਇਸ ਤਕਨੀਕ ਨੂੰ ਪੜ੍ਹ ਕੇ ਹੱਸ ਸਕਦੇ ਹੈ, ਇਸ ਲਈ ਕਿਉਂਕਿ ਲੋਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਕਿ ਵਿਚਾਰਾਂ ਨੂੰ ਕਾਬੂ ਕਰਕੇ ਸਫਲਤਾ ਪਾਈ ਜਾ ਸਕਦੀ ਹੈ। ਪਰ ਮਿਹਰਬਾਨੀ ਕਰਕੇ ਔਸਤ ਬੰਦਿਆਂ ਦੇ ਫੈਸਲਿਆਂ ਨੂੰ ਨਾ ਮੰਨੋ। ਤੁਸੀਂ ਔਸਤ ਬੰਦੇ ਨਹੀਂ ਹੋ। ਜੇ ਤੁਹਾਨੂੰ ਆਪਣੇ ਹੱਥਾਂ 'ਚ ਆਪਣੇ ਆਪ ਨੂੰ ਵੇਚਣ ਦੇ ਅਸੂਲ ਦੇ ਬਾਰੇ ਕੋਈ ਸ਼ੰਕਾ ਹੈ ਤਾਂ ਆਪਣੀ ਪਛਾਣ ਦੇ ਸਭ ਤੋਂ ਸਫਲ ਬੰਦੇ ਤੋਂ ਸਲਾਹ ਲਓ। ਉਹ ਇਸ ਬਾਰੇ ਕੀ ਸੋਚਦਾ ਉਹਨੂੰ ਪੁੱਛੋ ਤੇ ਫਿਰ ਆਪਣੇ ਹੱਥੀਂ ਆਪਣੇ ਆਪ ਨੂੰ ਵੇਚਣਾ ਸ਼ੁਰੂ ਕਰੋ। ਆਪਣੀ ਸੋਚ ਨੂੰ ਵਿਕਸਿਤ ਕਰੋ। ਮਹੱਤਵਪੂਰਨ ਲੋਕਾਂ ਦੀ ਤਰ੍ਹਾਂ ਸੋਚੋ। ਆਪਣੀ ਸੋਚ ਨੂੰ ਵਿਕਸਿਤ ਕਰਨ ਦਾ ਮਤਲਬ ਹੈ ਆਪਣੇ ਕਾਰਜਾਂ ਨੂੰ ਵਿਕਸਿਤ ਕਰਨਾ। ਇਸ ਨਾਲ ਸਫਲਤਾ ਮਿਲਦੀ ਹੈ। ਇੱਥੇ ਤੁਹਾਨੂੰ ਇੱਕ ਆਸਾਨ ਢੰਗ ਦੱਸਿਆ ਜਾ ਰਿਹਾ ਜਿਹਦੀ ਸਹਾਇਤਾ ਨਾਲ ਤੁਸੀਂ ਮਹੱਤਵਪੂਰਨ ਲੋਕਾਂ ਵਾਂਗ ਸੋਚ ਪਾਓਗੇ। ਹੇਠ ਦਿੱਤੇ ਫਾਰਮ ਨੂੰ ਮਾਰਗਦਰਸ਼ਕ ਦੀ ਤਰ੍ਹਾਂ ਇਸਤੇਮਾਲ ਕਰੋ। ਮੈਂ ਕਿਸ ਤਰ੍ਹਾਂ ਸੋਚਦਾ? ਚੈੱਕਲਿਸਟ। ਪ੍ਰਸਥਿਤੀ ਹੈ ਪਹਿਲਾ, ਜਦੋਂ ਮੈਂ ਚਿੰਤਤ ਹੁੰਨਾ, ਆਪਣੇ ਆਪ ਨੂੰ ਪੁੱਛੋ ਕੀ ਕੋਈ ਮਹੱਤਵਪੂਰਨ ਆਦਮੀ ਇਸ ਬਾਰੇ ਚਿੰਤਤ ਹੋਏਗਾ ਕਿ ਮੇਰੀ ਪਹਿਚਾਣ ਦਾ ਸਭ ਤੋਂ ਜ਼ਿਆਦਾ ਸਫਲ ਬੰਦਾ ਇਸ ਗੱਲ ਨਾਲ ਬੇਚੈਨ ਹੋਏਗਾ? ਪ੍ਰਸਥਿਤੀ ਦੂਜੀ, ਇੱਕ ਵਿਚਾਰ, ਆਪਣੇ ਆਪ ਨੂੰ ਪੁੱਛੋ ਜੇ ਵਿਚਾਰ ਕਿਸੇ ਮਹੱਤਵਪੂਰਨ ਬੰਦੇ ਕੋਲ ਹੁੰਦਾ ਤਾਂ ਉਹ ਕੀ ਕਰਦਾ? ਮੇਰਾ ਪਹਿਰਾਵਾ, ਕਿ ਮੈਂ ਇਸ ਤਰ੍ਹਾਂ ਦਿਖਦਾ ਜਿਹਦੇ ਕੋਲ ਸਭ ਤੋਂ ਵੱਧ ਸਵੈਮਾਨ ਹੈ? ਮੇਰੀ ਭਾਸ਼ਾ, ਕਿ ਮੈਂ ਸਫਲ ਲੋਕਾਂ ਦੀ ਭਾਸ਼ਾ ਬੋਲਦਾ? ਜਿਹੜਾ ਮੈਂ ਪੜ੍ਹਦਾ, ਕਿ ਮਹੱਤਵਪੂਰਨ ਬੰਦੇ ਇਹਨੂੰ ਪੜ੍ਹਦੇ ਹਨ? ਚਰਚਾ, ਕਿ ਸਫਲ ਲੋਕ ਇਹਦੀ ਚਰਚਾ ਕਰਦੇ ਹਨ? ਜਦੋਂ ਮੈਂ ਗੁੱਸੇ ਹੁੰਦਾ, ਕੀ ਕੋਈ ਮਹੱਤਵਪੂਰਨ ਬੰਦਾ ਇਸ ਗੱਲ ਤੇ ਗੁੱਸੇ ਹੁੰਦਾ? ਮੇਰੇ ਮਖੌਲ, ਕਿ ਮਹੱਤਵਪੂਰਨ ਬੰਦੇ ਇਸ ਤਰ੍ਹਾਂ ਦੇ ਮਖੌਲ ਕਰਦੇ ਆ? ਮੇਰੀ ਨੌਕਰੀ, ਮਹੱਤਵਪੂਰਨ ਬੰਦਾ ਆਪਣੀ ਨੌਕਰੀ ਦੇ ਬਾਰੇ ਦੂਜਿਆਂ ਨੂੰ ਕਿਸ ਤਰ੍ਹਾਂ ਦੱਸਦੇ ਆ? ਆਪਣੇ ਦਿਮਾਗ 'ਚ ਇਹ ਸਵਾਲ ਠੀਕ ਤਰ੍ਹਾਂ ਬਿਠਾ ਲਓ ਕਿ ਮਹੱਤਵਪੂਰਨ ਆਦਮੀ ਇਸੇ ਢੰਗ ਨਾਲ ਕੰਮ ਕਰਦਾ ਹੈ। ਵੱਡੇ ਜ਼ਿਆਦਾ ਸਫਲ ਬਣਨ ਲਈ ਇਸ ਸਵਾਲ ਦਾ ਇਸਤੇਮਾਲ ਕਰੋ। ਸੰਖੇਪ 'ਚ ਯਾਦ ਕਰੋ। ਪਹਿਲਾ, ਮਹੱਤਵਪੂਰਨ ਦੇਖੋ। ਇਸ ਨਾਲ ਤੁਹਾਨੂੰ ਮਹੱਤਵਪੂਰਨ ਸੋਚਣ 'ਚ ਸਹਾਇਤਾ ਮਿਲਦੀ ਹੈ। ਤੁਹਾਡੀ ਪਹਿਰਾਵਾ ਤੁਹਾਨੂੰ ਕੁਝ ਕਹਿੰਦਾ ਹੈ। ਪੱਕਾ ਕਰ ਲਓ ਕਿ ਤੁਹਾਡੇ ਆਤਮ ਵਿਸ਼ਵਾਸ ਤੇ ਹੌਸਲੇ ਨੂੰ ਵਧਾਏ। ਤੁਹਾਡਾ ਪਹਿਰਾਵਾ ਸਾਹਮਣੇ ਵਾਲੇ ਨੂੰ ਕੁਝ ਕਹਿੰਦਾ ਹੈ। ਪੱਕਾ ਕਰ ਲਓ ਇਹ ਸਭ ਨੂੰ ਕਹੇ ਇਹ ਰਿਹਾ ਇੱਕ ਮਹੱਤਵਪੂਰਨ ਬੰਦਾ, ਬੁੱਧੀਮਾਨ, ਅਮੀਰ ਤੇ ਭਰੋਸੇਮੰਦ। ਦੂਜਾ, ਇਹ ਸੋਚੋ ਕਿ ਤੁਹਾਡਾ ਕੰਮ ਮਹੱਤਵਪੂਰਨ ਹੈ। ਇਸ ਢੰਗ ਨਾਲ ਸੋਚੋ ਤੇ ਤੁਹਾਨੂੰ ਇਹੋ ਜਿਹੇ ਦਿਮਾਗੀ ਇਸ਼ਾਰੇ ਮਿਲਣ ਲੱਗਣਗੇ ਕਿ ਤੁਸੀਂ ਆਪਣੇ ਕੰਮ ਨੂੰ ਕਿਸ ਤਰ੍ਹਾਂ ਵਧੀਆ ਢੰਗ ਨਾਲ ਕਰ ਸਕਦੇ ਹੋ। ਸੋਚੋ ਕਿ ਤੁਹਾਡਾ ਕੰਮ ਮਹੱਤਵਪੂਰਨ ਹੈ ਤੇ ਤੁਹਾਡੇ ਹੇਠਲੇ ਵੀ ਸੋਚਣਗੇ ਕਿ ਉਹਨਾਂ ਦਾ ਕੰਮ ਮਹੱਤਵਪੂਰਨ ਹੈ। ਤੀਜਾ, ਹਰ ਦਿਨ ਕਈ ਵਾਰ ਆਪਣੇ ਆਪ ਨਾਲ ਪ੍ਰੇਰਨਾਦਾਇਕ ਗੱਲਾਂ ਕਰੋ। ਆਪਣੇ ਹੱਥੀਂ ਆਪਣੇ ਆਪ ਨੂੰ ਵੇਚਣ ਦਾ ਵਿਗਿਆਪਨ ਬਣਾਓ। ਹਰ ਮੌਕੇ ਤੇ ਆਪਣੇ ਆਪ ਨੂੰ ਯਾਦ ਦਿਲਾਓ ਕਿ ਤੁਸੀਂ ਇੱਕ ਫਸਟ ਕਲਾਸ ਇਨਸਾਨ ਹੋ। ਚੌਥਾ ਤੇ ਅਖੀਰਲਾ, ਜ਼ਿੰਦਗੀ ਦੀ ਹਰ ਪ੍ਰਸਥਿਤੀ ਵਿੱਚ ਆਪਣੇ ਆਪ ਨੂੰ ਪੁੱਛੋ ਕੀ ਮਹੱਤਵਪੂਰਨ ਬੰਦੇ ਇਸੇ ਤਰ੍ਹਾਂ ਸੋਚਦੇ ਆ? ਫਿਰ ਜਵਾਬ ਦੇ ਹਿਸਾਬ ਨਾਲ ਕੰਮ ਕਰੋ। ਧੰਨਵਾਦ।